जिस कहो नदर करे, नानक मंगै दर्श दान। कृपा करहो हरे लख खुशियाँ पातशाहियाँ। जे सतगुर नदर करे, निमख एक हर नाम दे। मेरा मन तन शीतल होए, निमख एक हर नाम दे। मेरा मन तन शीतल हो। शब्दावतार बाणी दे बोहित, जुगोह जुग अटल, परम सन्मान योग, परम सत्कार योग, चवर छतर तख्त के मालिक, साहिबे कबाल साहिबे बरकत, साहिबे कमाल मुर्शदे कामल, कामले रहबर, रोशनी चिराग नूरे नज़र, ज्ञान दे सागर समूची मनुखता दे साझा आत्मक भंडार, साहिब गुरु ग्रंथ साहब जी दी पावन हजूरी तो, पीरां दे पीर बाबियां दे बाबे, जोगियां दे जोगी, नाथां दे नाथ, रहबरां दे रहबर, गुरुआं दे गुरु, धन धन पिता साहिब गुरु तेग बहादुर साहब जी दे पावन शहीदी अस्थान गुरुद्वारा सीसगंज साहिब तो गुरुद्वारा साहब बैठी गुरु की संगत या घरां दे विच लाइव कथा सुन रही सन्मान योग साध संगत जीओ, गुरु की बख्शी फतेह बुलाओ। वाहिगुरु जी का खालसा, वाहिगुरु जी की फतेह। कतक कर्म कमावणे, दोष न काहू जोग। कतक दा महीना आरंभ हो रहा है। कतक दे महीने दे विच ऐ माड़े कर्म करन वाले लोगो, बंदिओ, जे तुहाडा फिर माड़ा होवेगा, बुरा होवेगा, ते तुसी किसे नूं दोष नहीं दे सकदे। ये जो दुनिया है ये कर्म खेत्र है। इत्थे कोई ना कोई कर्म करन आया है बंदा। हर एक मनुख अपने कर्म कर रहा है। खेत शरीर जो बीजिया सो अंत खलोया आए। कहंदे इस शरीर खेत दे विच रहिंदियां होइयां जो कुछ बीजोगे उही तुहानूं प्राप्त होवेगा। ऐसा नहीं हो सकदा कि बीजो ते तुसी कंडे ते लोड़ो बेजोर देश दियां, बेजोर देश दियां तुसी सोचो कि मैनू वो अंगूरां पैदा मिल जान, नहीं हो सकदा। कहंदे लोड़ है दाख बेजोरियां, घर बीजै जट, फंडे उन कताएं दा पैंदा लोड़ है पट। कुछ भी पुट्ठा नहीं हो सकदा। कणक बीजी है ते कणक ही उगनी है, चने नहीं उगने, चौल नहीं उगने। एक होर बेनती करदियां गल रिपीट होंदी, पकड़ विच आ जांदी है। जद तक बीज तुहाडे मुट्ठी विच है या जेब विच है, झूठ बोल सकदे हो। होवे कणक दा बीज कह सकदे हो चौलां दा है, होवे चने दा बीज कह सकदे हो मटर है। पर जिस वेले धरती च बीज दिओ फिर झूठ ना बोलिओ, क्योंकि धरती तुहाडा लिहाज नहीं करेगी। वो जद भी मुँह खोलेगी सच ही बोलेगी। तुसी कहो कि भी फलाने ने कि तेनू 10 लाख रुपए एकड़ खरीदिया सी, मैं 10 करोड़ दे के खरीदिया है, मैं सोने की बाड़ ला दी है, हुण मैं बीजां ते कणक
ਤੇ ਦੇ ਤੂੰ ਚਾਵਲ, ਨਹੀਂ ਹੋ ਸਕਦਾ। ਉਹ ਲਿਹਾਜ਼ ਨਹੀਂ ਕਰੇਗੀ, ਜਦ ਵੀ ਮੂੰਹ ਖੋਲੇਗੀ ਸੱਚ ਹੀ ਬੋਲੇਗੀ। ਬਿਲਕੁਲ ਇਉਂ ਸੱਜਣਾ, ਝੂਠ ਬੋਲਣਾ ਬਿਲਕੁਲ ਨਹੀਂ ਚਾਹੀਦਾ, ਪਰ ਫਿਰ ਵੀ ਤੂੰ ਬਾਹਰ ਝੂਠ ਬੋਲ ਲੈਂਦਾ ਹੈ। ਗੁਰਦੁਆਰੇ ਆ ਕੇ ਗੁਰੂ ਦੇ ਸਾਹਮਣੇ ਝੂਠ ਨਾ ਬੋਲੀ, ਕਿਉਂਕਿ ਗੁਰੂ ਤੇਰਾ ਲਿਹਾਜ਼ ਨਹੀਂ ਕਰੇਗਾ। ਗੁਰੂ ਜਦ ਵੀ ਮੂੰਹ ਖੋਲੇਗਾ ਸੱਚ ਹੀ ਬੋਲੇਗਾ। ਤੂੰ ਕਹਵੇਂ ਕਿ ਮੈਂ ਸੋਨੇ ਦੀ ਪਾਲਕੀ ਬਣਵਾ ਦਿੱਤੀ ਹੈ, ਸੋਨੇ ਦੇ ਚਵਰ ਝੁਲਾ ਦਿੱਤੇ ਨੇ, ਮੈਂ 5 ਲੱਖ ਦਾ ਪੁਸ਼ਾਕਾ ਚੜ੍ਹਾ ਦਿੱਤਾ ਹੈ, 2.5 ਲੱਖ ਦਾ ਪੁਸ਼ਾਕਾ ਚੜ੍ਹਾ ਦਿੱਤਾ ਹੈ। ਹੁਣ ਸਤਿਗੁਰੂ ਜੀ ਜੋ ਮੈਂ ਕਹਾਂ ਉਹ ਤੁਸੀਂ ਬੋਲੋ। ਕਿ ਗੁਰੂ ਲਿਹਾਜ਼ ਕਰੇਗਾ? ਨਹੀਂ, ਗੁਰੂ ਜਦ ਵੀ ਬੋਲੇਗਾ ਸੱਚ ਹੀ ਬੋਲੇਗਾ, ਉਹ ਲਿਹਾਜ਼ ਨਹੀਂ ਕਰੇਗਾ। ਹੋ ਸਕਦਾ ਕੋਈ ਅਰਦਾਸ ਕਰਨ ਵਾਲਾ ਤੁਹਾਡੀ ਭੇਟਾ ਦੇ ਕਰਕੇ ਜਾਂ ਤੁਹਾਨੂੰ ਦੌਲਤਮੰਦ ਜਾਂ ਅਹੁਦਾ ਵੇਖ ਕੇ ਕੋਈ ਇਹ ਵੀ ਅਰਦਾਸ ਕਰ ਦਵੇ ਕਿਸੇ ਬਜ਼ੁਰਗ ਦੇ ਗੁਜ਼ਰਨ ਤੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਪਰ ਗੁਰੂ ਥੋੜ੍ਹੀ ਲਿਹਾਜ਼ ਕਰੇਗਾ, ਗੁਰੂ ਤੇ ਕਰਮ ਵੇਖੇਗਾ ਨਾ, ਇਹਨੇ ਕਰਮ ਕਿਹੋ ਜਿਹੇ ਕੀਤੇ ਨੇ, ਤੇ ਫਿਰ ਗੁਰੂ ਤੇ ਕਹਿ ਦੇਗਾ ਦਾਗ ਦੋਸ਼ ਲੈ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਦਾਸ ਅਰਜ ਕਰ ਰਿਹਾ ਸੀ ਕਿ ਇਹ ਜੋ ਸਰੀਰ ਹੈ, ਇਹ ਜੋ ਸੰਸਾਰ ਹੈ, ਇਹ ਕਰਮ ਖੇਤਰ ਹੈ। ਹਰ ਬੰਦਾ ਕੋਈ ਕਰਮ ਕਰਨ ਆਇਆ ਹੈ, ਤੇ ਸਰੀਰ ਦੇ ਹਰ ਇੱਕ ਅੰਗ ਦਾ ਕੋਈ ਕਰਮ ਹੈ। ਅੱਖਾਂ ਨੇ ਵੇਖਣਾ ਹੈ, ਇਹ ਅੱਖਾਂ ਦਾ ਕਰਮ ਹੈ। ਹੁਣ ਮਾੜਾ ਵੇਖਣਾ ਜਾਂ ਚੰਗਾ ਵੇਖਣਾ ਹੈ, ਇਹ ਸੋਚਣ ਦੀ ਲੋੜ ਹੈ। ਕੰਨਾਂ ਦਾ ਕੰਮ ਹੈ ਸੁਣਨਾ, ਸੁਣਨਾ ਹੀ ਹੈ ਕੁਛ। ਹੁਣ ਚੰਗਾ ਸੁਣਨਾ ਹੈ, ਕੀਰਤਨ ਕਥਾ ਸੁਣਨੀ ਹੈ, ਜਾਂ ਨਿੰਦਾ ਚੁਗਲੀ ਸੁਣਨੀ ਹੈ, ਜਾਂ ਗੰਦੇ ਗਾਣੇ ਸੁਣਨੇ ਨੇ। ਹੁਣ ਇਹ ਤਾਂ ਸਮਝ ਤੇ ਨਿਰਭਰ ਕਰਦਾ ਹੈ। ਹੱਥਾਂ ਨੇ ਕੁਝ ਕਰਨਾ ਹੀ ਹੈ। ਹੁਣ ਹੱਥਾਂ ਨਾਲ ਕਿਸੇ ਦਾ ਭਲਾ ਕਰ ਲਓ, ਸੇਵਾ ਕਰ ਲਓ, ਕਿਸੇ ਦੇ ਦੁੱਖ ਦਰਦ ਦੂਰ ਕਰ ਲਓ, ਕੁਝ ਚੰਗੇ ਕਰਮ ਕਰਕੇ, ਕਿਰਤ ਕਰਕੇ, ਤੇ ਆਪ ਵੀ ਛਕੋ ਤੇ ਦੁਨੀਆ ਵਿੱਚ ਵੀ ਵੰਡੋ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਇਹਨਾਂ ਨੇ ਤੇ ਕਰਨਾ ਹੈ ਨਾ, ਇਹਨਾਂ ਦਾ ਕਰਮ ਹੈ ਕਰਨਾ। ਮਾੜਾ ਕੰਮ ਕਰਾਓ, ਮਾੜਾ ਵੀ ਕਰ ਲੈਣਗੇ, ਕਤਲ ਵੀ ਕਰ ਦੇਣਗੇ, ਕਿਸੇ ਨੂੰ ਚੋਰੀ ਵੀ ਕਰ ਲੈਣਗੇ। ਇਹਨਾਂ ਦਾ ਕਰਮ ਹੈ ਕਰਨਾ। ਜੀਵਾ ਦਾ ਕੰਮ ਹੈ ਬੋਲਣਾ, ਕੁਛ ਵੀ ਬੋਲੇਗੀ। ਐਸਾ ਵੀ ਬੋਲ ਸਕਦੀ ਹੈ ਕਿ ਸਾਹਮਣੇ ਵਾਲੇ ਦਾ ਅੰਦਰ ਸਾੜ ਕੇ ਰੱਖ ਦੇਵੇ। ਕਈ ਵਾਰੀ ਤੇ ਬੰਦੇ ਨੂੰ ਆਪਣੇ ਆਪ ਤੇ ਕੰਟਰੋਲ ਨਹੀਂ ਹੁੰਦਾ। ਅੱਜ ਦੇ ਹਾਲਾਤ ਜਿਹੜੇ ਨੇ ਨਾ, ਬਲੱਡ ਪ੍ਰੈਸ਼ਰ, ਹੋਰ ਬਿਮਾਰੀਆਂ, ਸਟ੍ਰੈਸ, ਇਰੀਟੇਟ ਹੋਇਆ ਬੰਦਾ, ਕਿਤੇ ਨਾ ਕਿਤੇ ਜੋ ਕੁਝ ਉਹਨੂੰ ਮਿਲ ਰਿਹਾ ਹੈ ਨਾ, ਉਹੀ ਕੁਝ ਅੱਗੇ ਦਿੰਦਾ ਹੈ। ਬਾਹਰ ਕੰਮ ਤੇ ਗਿਆ ਹੈ, ਜਿੱਥੇ ਜੌਬ ਕਰਦਾ ਹੈ ਜਾਂ ਵਪਾਰ ਕਰਦਾ, ਉੱਥੇ ਜਿਹੋ ਜਿਹੇ ਬੰਦੇ ਮਿਲੇ, ਉਹਨਾਂ ਨੇ ਜੋ ਕੁਝ ਬੋਲਿਆ, ਜੋ ਕੁਝ ਸਤਾਇਆ, ਮਾੜੇ ਬਚਨ ਬੋਲੇ, ਹੁਣ ਉਹਨਾਂ ਦੇ ਸਾਹਮਣੇ ਜ਼ੋਰ ਨਹੀਂ ਸੀ ਚੱਲਦਾ, ਤੇ ਬੰਦਾ ਘਰ ਪੁੱਜਿਆ ਤੇ ਜਨਾਨੀ ਤੇ ਹੀ, ਬੱਚਿਆਂ ਤੇ ਹੀ ਉਹ ਕੁਝ ਕੱਢ ਦਿੱਤਾ। ਕਿਉਂਕਿ ਜੋ ਮਿਲਦਾ ਹੈ ਨਾ, ਜੋ ਕੋਲ ਹੁੰਦਾ ਹੈ, ਬੰਦਾ ਉਹਨੂੰ ਵੰਡਦਾ ਹੈ। ਪ੍ਰਿਥੀ ਚੰਦ ਨੇ ਹਰ ਵੇਲੇ ਜ਼ਹਿਰ ਇਕੱਠਾ ਕੀਤਾ, ਮਾੜਾ ਹੀ ਕੀਤਾ, ਜ਼ਹਿਰ ਹੀ ਦਿੱਤਾ ਲੋਕਾਂ ਨੂੰ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸਕੇ ਭਰਾ ਦੇ ਬੱਚੇ ਨੂੰ 4-4 ਵਾਰੀ ਜ਼ਹਿਰ ਦੇਣ ਦਾ ਯਤਨ ਕੀਤਾ, ਤੇ ਫਿਰ ਜ਼ਹਿਰ ਹੀ ਹਿੱਸੇ ਆਇਆ। ਉਸੇ ਤਰ੍ਹਾਂ ਮੌਤ ਹੋਈ ਤੜਪਦਿਆਂ। ਮਿਹਰਬਾਨ ਬੱਚੇ ਲਈ ਵੀ ਕੁਝ ਨਹੀਂ ਕਰ ਸਕਿਆ, ਉਹਦੀ ਜ਼ਿੰਦਗੀ ਵੀ ਜ਼ਹਿਰ ਬਣਾ ਦਿੱਤੀ। ਜਿੱਥੇ ਸੱਚੀ ਬਾਣੀ ਨਹੀਂ, ਝੂਠੀ ਬਾਣੀ, ਝੂਠੀ ਬਾਣੀ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਵਿੱਚ ਵੀ ਝੂਠ ਰਲਾਉਣ ਦਾ ਯਤਨ ਕੀਤਾ। ਕਰਤੇ ਉਹ ਵੀ ਕਰਮ ਰਿਹਾ, ਕਰਤੇ ਗੁਰੂ ਹਰਗੋਬਿੰਦ ਸਾਹਿਬ ਵੀ ਕਰਮ ਰਹੇ ਨੇ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਏ ਦਾ ਪੁੱਤਰ ਹੈ,
ਭਰਾ ਏ, ਕਰ ਸਕਦਾ ਸੀ ਚੰਗੇ ਕਰਮ, ਪਰ ਮਾੜੇ ਕਰਮ। ਤੇ ਬਚੇ ਕਿਸ ਤਰ੍ਹਾਂ ਬੰਦਾ? ਕਹਿੰਦੇ ਇੱਕੋ ਹੀ ਤਰੀਕਾ ਹੈ। ਇਹ ਜਿਹੜੀ ਇੰਦਰੀਆਂ ਨੇ ਨਾ, ਇਹਨਾਂ ਨੇ ਕੁਝ ਨਾ ਕੁਝ ਕਰਨਾ ਹੈ। ਇਹਨਾਂ ਦਾ ਇੱਕ ਇੱਕ ਕਰਮ ਹੈ। ਅੱਖਾਂ ਦਾ ਕਰਮ ਵੇਖਣਾ, ਕੰਨਾਂ ਦਾ ਕਰਮ ਸੁਣਨਾ, ਜੀਹਵਾ ਦਾ ਕਰਮ ਬੋਲਣਾ, ਪੈਰਾਂ ਦਾ ਕਰਮ ਤੁਰਨਾ, ਹੱਥਾਂ ਦਾ ਕਰਮ ਕਰਨਾ। ਪਰ ਮਾੜਾ ਕਰਮ ਤੋਂ ਬਚੇ ਕਿਸ ਤਰ੍ਹਾਂ ਬੰਦਾ? ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇੱਕ ਕਮਾਲ ਦਾ ਸੂਤਰ ਦਿੱਤਾ, ਜਿਹਨੂੰ ਜ਼ਿੰਦਗੀ ਵਿੱਚ ਅਪਣਾ ਲੈਣਾ। ਉਹ ਕਿਹੜਾ ਸੂਤਰ ਹੈ? ਸਾਹਿਬ ਕਹਿੰਦੇ ਅੱਖਾਂ ਨਾਲ ਵੇਖ ਹੀ ਨਾ, ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਵੇਖ। ਹੁਣ ਅੱਖਾਂ ਤੋਂ ਬਿਨਾਂ ਕਿਸ ਤਰ੍ਹਾਂ ਵੇਖਿਆ ਜਾ ਸਕਦਾ ਹੈ? ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਸੁਣ। ਪੈਰੀ ਬਾਝੋਂ ਤੁਰਨਾ, ਪੈਰੀ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਕਹਿੰਦੇ ਪੈਰਾਂ ਤੋਂ ਬਿਨਾਂ ਤੁਰ। ਪੈਰਾਂ ਤੋਂ ਬਿਨਾਂ ਕਿਸ ਤਰ੍ਹਾਂ ਤੁਰਿਆ ਜਾ ਸਕਦਾ? ਹੱਥਾਂ ਤੋਂ ਬਿਨਾਂ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਜੀਭ ਹੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਜੀਭ ਤੋਂ ਬਿਨਾਂ ਬੋਲਣਾ ਹੈ। ਜੀਭ ਤੋਂ ਬਿਨਾਂ ਕਿਸ ਤਰ੍ਹਾਂ ਬੋਲਿਆ ਜਾ ਸਕਦਾ? ਇੰਪੋਸੀਬਲ ਗੱਲਾਂ ਨੇ। ਪਰ ਗੁਰੂ ਤੋਂ ਪੁੱਛੋ ਤੇ ਸਾਹਿਬ ਕਹਿੰਦੇ ਬੋਲਿਆ ਜਾ ਸਕਦਾ ਹੈ, ਵੇਖਿਆ ਜਾ ਸਕਦਾ ਹੈ। ਕਹਿੰਦੇ ਤੂੰ ਅੱਖਾਂ ਨਾਲ ਨਾ ਵੇਖ, ਧਿਆਨ ਨਾਲ ਵੇਖ। ਧਿਆਨ ਨਾਲ ਵੇਖ। ਜਦ ਵੀ ਤੇਰੀ ਅੱਖਾਂ ਕੁਝ ਬੁਰਾ ਵੇਖਦੀਆਂ ਨੇ, ਤੇਰਾ ਧਿਆਨ ਕੇਂਦਰਿਤ ਹੋਵੇ ਗੁਰੂ ਦੇ ਸਿਧਾਂਤਾਂ ਉੱਤੇ। ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਵੇਖ। ਜੇ ਅੱਖਾਂ ਨਾਲ ਵੇਖੇਗਾ ਤੇ ਅੱਖਾਂ ਦਾ ਸੁਭਾਵ ਕੀ ਹੈ? ਅੱਖੀਂ ਵੇਖਣਾ ਰੱਜੀਆਂ ਬਹੁਰੰਗ ਤਮਾਸ਼ੇ। ਨੈਣੋ ਨੀਂਦ ਪਰਦ੍ਰਿਸ਼ਟ ਵਿਕਾਰ। ਅੱਖਾਂ ਨੂੰ ਰੋਗ ਹੈ ਨਿੰਦਰ ਦਾ ਤੇ ਬੁਰਾ ਵੇਖਣ ਦਾ। ਬਚ ਜਾਵੇਂਗਾ ਜੇ ਧਿਆਨ ਨਾਲ ਵੇਖੇਗਾ। ਧਿਆਨ ਤੈਨੂੰ ਚੇਤਾਵਨੀ ਦਿੰਦਾ ਹੈ, ਪਰ ਤ੍ਰਿਏ ਰੂਪ ਨਾ ਪੇਖੈ ਨੇਤਰ। ਬਚ ਜਾਵੇਂਗਾ। ਕੰਨਾਂ ਦਾ ਕੰਮ ਹੈ ਸੁਣਨਾ। ਤੂੰ ਕੰਨਾਂ ਨਾਲ ਸੁਣੀ ਨਾ, ਕਿਉਂਕਿ ਇਹ ਤੇ ਕੁਝ ਵੀ ਸੁਣ ਲੈਣਗੇ। ਇਹ ਤੇ ਗਾਲਾਂ ਵੀ ਸੁਣ ਲੈਣਗੇ, ਮਾੜੇ ਬਚਨ ਵੀ ਸੁਣ ਲੈਣਗੇ, ਇਹ ਤੇ ਗੰਦੇ ਗੰਦੇ ਗਾਣੇ ਵੀ ਸੁਣ ਲੈਣਗੇ। ਤੂੰ ਕੰਨਾਂ ਨਾਲ ਨਾ ਸੁਣ, ਤੂੰ ਧਿਆਨ ਨਾਲ ਸੁਣ। ਧਿਆਨ ਨਾਲ ਸੁਣੇਗਾ ਤੇ ਤੈਨੂੰ ਚੇਤੇ ਆਵੇਗਾ ਕਿ ਤੇਰੇ ਗੁਰੂ ਦਾ ਸਿਧਾਂਤ ਹੈ, ਐ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਐ ਮੇਰੇ ਕੰਨੋਂ ਤੁਹਾਨੂੰ ਬਣਾਇਆ ਹੀ ਇਸ ਕਰਕੇ ਹੈ ਕਿ ਤੁਸੀਂ ਸੱਚ ਸੁਣੋ, ਵਾਹਿਗੁਰੂ ਦਾ ਨਾਮ ਸੁਣੋ। ਐ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਸਾਚੈ ਸੁਣਨੇ ਨੂੰ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ। ਮਨ ਤਨ ਹਰਿਆ ਹੁਆ। ਹੁਣ ਤੁਸੀਂ ਦੇਖੋ, ਬਾਣੀ ਸੁਣੋਗੇ ਮਨ ਖੇੜੇ ਚ ਆ ਜਾਵੇਗਾ, ਮਨ ਸਕੂਨ ਸ਼ਾਂਤੀ ਪ੍ਰਾਪਤ ਕਰੇਗਾ। ਤੇ ਜੇ ਕਿਤੇ ਗਾਲਾਂ ਸੁਣੋਗੇ, ਜੇ ਗੰਦੇ ਗਾਣੇ ਸੁਣੋਗੇ, ਮਨ ਵਿਚਲਿਤ ਹੋਵੇਗਾ। ਮਨ ਚੰਚਲ ਹੈ, ਚੱਲ ਸੋ ਚੱਲ। ਪਰ ਬਾਣੀ ਸੁਣੋਗੇ ਤੇ ਅਗਲੀ ਗੱਲ ਕੀ ਹੋਵੇਗੀ? ਜੋ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਦੀ ਬੋਲੀ ਕੀ ਹੈ? ਕਿ ਪੰਜਾਬੀ ਹੈ, ਕਿ ਸੰਸਕ੍ਰਿਤ ਹੈ, ਕਿ ਫ੍ਰੈਂਚ, ਜਰਮਨ, ਗੁਜਰਾਤੀ, ਮਰਾਠੀ? ਨਹੀਂ, ਇਹ ਸਾਰੀ ਬੋਲੀਆਂ ਬੇਸ਼ੱਕ ਉਹ ਬੁਲਵਾ ਰਿਹਾ ਹੈ, ਪਰ ਉਹਦੀ ਬੋਲੀ ਕੁਝ ਹੋਰ ਹੈ। ਉਹਦੀ ਬੋਲੀ ਕਿਹੜੀ ਹੈ? ਉਹਦੀ ਬੋਲੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥਕੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲਣਾ ਜਾਣਾ ਪੂਰਨ ਭਗਵਾਨੇ, ਔਗੁਣ ਕੋ ਨਾ ਚਿਤਾਰੇ। ਉਹਦੀ ਬੋਲੀ ਮਿੱਠੀ ਹੈ। ਇੱਕ ਗੱਲ ਚੇਤੇ ਰੱਖਣਾ, ਜਿਹੜਾ ਬੰਦਾ ਜਾਂ ਜਿਹੜੀ ਔਰਤ, ਕੋਈ ਭੈਣ ਬੇਟੀ ਮਿੱਠਾ ਬੋਲਣ ਵਾਲੀ ਹੈ ਜਾਂ ਮਿੱਠਾ ਬੋਲਣ ਵਾਲਾ ਹੈ ਕੋਈ, ਉਹਨੂੰ ਕੌੜਾ ਬੋਲਣਾ, ਫਿੱਕਾ ਬੋਲਣਾ ਬਿਲਕੁਲ ਚੰਗਾ ਨਹੀਂ ਲੱਗਦਾ। ਉਹਦਾ ਦਿਲ ਟੁੱਟ ਜਾਂਦਾ ਹੈ, ਉਹ ਅੰਦਰ ਤੱਕ ਦੁਖੀ ਹੋ ਜਾਂਦਾ ਹੈ। ਐਸੀ ਗੱਲ ਨਹੀਂ ਕਿ ਉਹੀ ਦੁਖੀ ਹੁੰਦਾ ਹੈ, ਜਿਹੜਾ ਫਿੱਕਾ ਬੋਲਣ ਵਾਲਾ ਹੈ ਉਹ ਵੀ ਆਪ ਦੁਖੀ ਹੁੰਦਾ ਹੈ,
क्योंकि माचिस की तीली है, जे उन्हें किसी को अग लानी है तो पहला अपना मुँह साड़ना पेगा ना। बिल्कुल यूँ जद असी किसी को फिक्का बोलते हाँ तो दुखी असी भी होंगे हाँ, वो बीमारियां असी भी सहिड़ते हाँ। हो सकता है वो तो किते किसी बीमारी तो बच जाए, पर क्रोध करने वाला 8वें क्रोध होवा तन नाश, तन का नाश होता है। खैरदास अर्ज कर रहा सी कि बई हत्थां नाल ना करो, हथ तो कुछ भी कर माड़ा कर लैणगे, दूजे की चोरी दूजे के धन उत्ते हथ पाउणगे, पर ध्यान चेतावनी देगा हक पराया नानका उस सूवर उस गाए। किसी का हक मारन तो बच जाओगे, कुछ चंगा करोगे। पैर ते तुरना ही चाहणगे माड़े पासे, शराब खाने वाल, जुआ घर वाल, वैश्या के द्वारे वाल, इन्होंने तुरना, इन्हों का काम है तुरना, कर्म है, ये तो कुछ किधर भी तुर जाएंगे। पर तुरन लगे कहते ध्यान चेतावनी दिंदा सजना तेरे गुरु का घर इधर है, नितनेम का वेला हो गया है, कीर्तन कथा का वेला हो गया है, इस पासे तुर। शामा वेले शराब खाने वाला ना तुर, सोदर का वेला हो गया इधर तुर लै। एक ना सिद्धांत बड़ा कमाल का दिता गुरु साहब ने, कहते गिल्ली गिल्ली रोडड़ी भंदी भव भव आए। कहते सज्जना गिला गुड़ वेख्या, अजकल तो गुड़ वेखण नूं भी नहीं मिलता, जिहड़े जवान हुण दी जनरेशन है कित्थे गुड़ वेखदे ने। हालांकि गुड़ बड़ा लाभदायक है, तो सियाणे ते डॉक्टर भी कहते ने 3 जहर जो ने इन्हां तो बच जाओ, सफेद नमक, चिट्टा चिट्टी चीनी ते मैदा चिट्टा, इन्हां तो बच जाओ। हुण तो इत्थे तक भी कहा जाता कि दुध भी चिट्टा है, पर खैर गुड़ जो है कुछ वड्डी उम्र वालियां ने वेख्या है कि पिंडां दे च अक्सर या घरां दे विच गुड़ रखिया जाता सी, कई बारी गुड़ ना गिला हो जाता सी ते किसी भांडे च पा के ना बाहर रख दिता किसी थाली विच। हुण मक्खी 2 प्रकार दी है, एक मक्खी बड़ी सियाणी है, वो आके किनारे बैठती, विच नहीं बैठती, किनारे बैठ के गुड़ खाती है तो उड़ जाती है, फिर आ सकती है खाण। ते एक मक्खी बड़ी लोभी लालची होंदी है, वो विच बैठ जाती है बिल्कुल, जद विच बैठती है तो वो पैर फस जाते हैं। हुण उहदे च इन्नी शक्ति नहीं कि उड़ सके, क्योंकि पैर गिले गुड़ च फस गए तो उड़ नहीं पावेगी, जद उड़ नहीं पावेगी तो मार दी जाती, उसकी मौत है। कहते आ बंदे तू इस सूत्र नूं फड़ लै, ये दुनिया के जिन्ने भी पदार्थ ने ना ते तेरे परिवार नूं भी वेख लै, ये गिला गुड़ ने, किनारे बैठ के आनंद माणी, उड्डण जोगा रवें। दुकान ते बैठा है, व्यापार कर रहे हैं, पर किनारे बैठ के सब कुछ कमावी। भाव कि इउं बैठी के अंदर गलतान ना हो जावी, जद शाम का सोदर का वेला हो जाए, गुरुद्वारे जान का टाइम हो जाए, उदों तो दुकान तो निकल सके, किते गिले गुड़ वांग फसिया ही ना रह जावी। बच्चों नूं पाल पोस, बच्चों लिए सब कुछ कर, सारे दिन की कमाई दे बच्चों नूं, पर किनारे बैठ के दसवंध कुछ अपने लिए भी रख, टाइम का भी ते भेटा का भी, ते अपने लिए कुछ कर सकें। खेत शरीर जो बीजिया सो अंत खलोया आए, ये तो कर्म खेती है ना, कद तक कर्म कमावने, दोष न काहू जोग, मोह दे अधीन होके कई माँ बाप सब कुछ बच्चों के नाम ला देंदे ने भी तुहाडे नाम है, मिलना तो बच्चों नूं ही है, बाद विच किहड़ा कोई तुसी दुनिया च वंड दिओगे। अकबर वर्गे जिन्हां ने एक फैसला लै लिया सी कि सलीम जो है वो अयाश बंदा ते शराब विच गलतान रहन वाला शराबी कबाबी कुकरमी, इन्हें कदी किसी नूं सुख नहीं दिता,
ਤੇ ਮੈਂ ਰਾਜ ਭਾਗ ਇਸ ਨੂੰ ਨਹੀਂ ਦਿਆਂਗਾ, ਮੈਂ ਆਪਣੇ ਪੋਤਰੇ ਨੂੰ ਦੇ ਦਿਆਂਗਾ, ਜਹਾਂਗੀਰ ਦੇ ਪੁੱਤਰ ਨੂੰ। ਪਰ ਦੇਖੋ ਪਿਤਾ ਦਾ ਮੋਹ ਕਿਹਾ ਜਾ ਹੁੰਦਾ ਹੈ। ਮਰਨ ਲੱਗਿਆ ਅਕਬਰ ਫੇਰ ਰਾਜ ਭਾਗ ਸਲੀਮ ਨੂੰ ਹੀ ਦੇ ਗਿਆ, ਜਹਾਂਗੀਰ ਨੂੰ, ਜਿਹਨੇ ਦੁਨੀਆ ਦਾ ਬੜਾ ਬੁਰਾ ਕੀਤਾ। ਖੜੇ ਖੜੇ ਬੰਦਿਆਂ ਦੀ ਖੱਲ ਲਵਾ ਦਿੰਦਾ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਕਿਹੋ ਜਿਹਾ ਸਾਕਾ ਵਰਤਾਇਆ ਤੁਸੀਂ ਜਾਣਦੇ ਹੋ। ਕਈ ਵਾਰੀ ਸੰਸਾਰ ਵਿੱਚ ਕਈ ਪਰਿਵਾਰ ਤੁਸੀਂ ਵੇਖੋਗੇ ਔਲਾਦ ਬੜੀ ਨਾਲਾਇਕ ਹੁੰਦੀ ਹੈ, ਪਰ ਫਿਰ ਵੀ ਸਭ ਕੁਝ ਦੇ ਜਾਣਾ। ਇੱਕ ਉੱਤਰਾਖੰਡ ਸਾਈਡ ਦੀ ਘਟਨਾ, ਇੱਕ ਪਰਿਵਾਰ ਕੋਲ ਦਾਸ ਕਿਤੇ ਨਗਰ ਕਥਾ ਕਰਨ ਗਿਆ ਸੀ, ਬੁਲਾਇਆ ਸੀ ਉਹਨਾਂ ਨੇ, ਤੇ ਕੋਈ ਪਰਿਵਾਰ ਘਰ ਲੈ ਗਿਆ। ਘਰ ਲੈ ਗਿਆ ਤੇ ਮੈਨੂੰ ਕਹਿਣ ਲੱਗਾ ਉਹ ਪਰਿਵਾਰ ਕਿ 20 ਏਕੜ ਜ਼ਮੀਨ ਹੈ, ਬੇਟੀ ਵਿਆਹ ਦਿੱਤੀ ਹੈ ਤੇ 20 ਏਕੜ ਇੱਕੋ ਇੱਕ ਪੁੱਤਰ ਹੈ ਤੇ ਇਹਦੇ ਨਾਮ ਹੈ। ਤੇ ਮੈਂ ਸਹਿਸਵਾ ਪੁੱਛ ਲਿਆ, ਮੈਂ ਕਿਹਾ ਬਈ ਬੇਟੀ ਦਾ ਵੀ ਤੇ ਹੱਕ ਬਣਦਾ ਸੀ, ਉਹਨੂੰ ਨਹੀਂ ਕੁਝ ਦਿੱਤਾ? ਤੇ ਕਹਿਣ ਲੱਗਾ ਵੀ ਬੇਟੀਆਂ ਤੇ ਪਰਾਇਆ ਧਨ ਹੁੰਦੀਆਂ ਨੇ, ਪਰਾਏ ਘਰ ਜਾਣਾ ਹੁੰਦਾ ਏ, ਵਿਆਹ ਕਰਨਾ ਹੁੰਦਾ, ਕਰ ਦਿੱਤਾ। ਹਾਲਾਂਕਿ ਕਾਨੂੰਨ ਨੇ ਇਹ ਹੱਕ ਦਿੱਤਾ ਹੈ ਕਿ ਬਰਾਬਰਤਾ ਚਾਹੀਦੀ ਹੈ, ਪਰ ਜੋ ਗੱਲ ਕਹਿਣਾ ਚਾਹ ਰਿਹਾ, ਕੁਝ ਟਾਈਮ ਬਾਅਦ ਭਾਣਾ ਵਰਤਿਆ, ਜਵਾਨ ਪੁੱਤਰ ਗੁਜ਼ਰ ਗਿਆ। ਹੁਣ ਜਵਾਨ ਪੁੱਤਰ ਗੁਜ਼ਰ ਗਿਆ, ਔਲਾਦ ਕੋਈ ਸੀ ਨਹੀਂ ਉਹਦੀ ਹਾਲੇ। ਤੇ ਫਿਰ ਪਤਾ ਉਹਨੇ ਕੀ ਕੀਤਾ? 20 ਦੀ 20 ਏਕੜ ਜ਼ਮੀਨ ਬੇਟੀ ਨੂੰ ਦੇ ਦਿੱਤੀ, ਦਮਾਦ ਨੂੰ ਦੇ ਦਿੱਤੀ। ਵੀ ਜਾਂ ਤੇ ਪਹਿਲਾਂ ਹੀ ਵੰਡ ਵਧੀਆ ਕਰਦਾ, ਤੇ ਫਿਰ ਜੇ ਬੱਚਾ ਚਲਾ ਹੀ ਗਿਆ ਤੇ ਹੁਣ 10 ਏਕੜ ਬੱਚੀ ਨੂੰ ਦੇ ਦਿੰਦਾ, 10 ਏਕੜ ਕਿਤੇ ਚੰਗੇ ਪਾਸੇ ਵੀ ਲਾ ਦਿੰਦਾ, ਕਿਤੇ ਗਰੀਬਾਂ ਦਾ ਭਲਾ ਕਰ ਦਿੰਦਾ, ਕੁਝ ਹੋਰ ਕਰਦਾ। ਨਹੀਂ, ਉਧਰ ਤਾਂ 1000 ਰੁਪਈਆ ਨਿਕਲਣਾ ਵੀ ਔਖਾ ਹੁੰਦਾ ਹੈ। ਕਰਮ ਧਰਤੀ ਹੈ, ਆਪਣੇ ਲਈ ਕੁਝ ਬੀਜੇਗਾ ਨਹੀਂ ਤੇ ਪ੍ਰਾਪਤ ਕੀ ਕਰੇਗਾ? ਆਪਣੇ ਲਈ ਕੁਝ ਕਰੇਗਾ ਨਹੀਂ ਤੇ ਫਿਰ ਸਾਹਿਬ ਕਹਿੰਦੇ ਕਿ ਜੀਭ ਨਾਲ ਨਾ ਬੋਲ। ਕਹਿੰਦੇ ਨੇ ਨਾ ਸਿਆਣੇ, ਪਹਿਲਾਂ ਤੋਲੋ ਫਿਰ ਬੋਲੋ। ਇਹ ਵੀ ਕਹਿੰਦੇ ਨੇ ਕਿ ਇੱਕ ਵਾਰੀ ਬੰਦੂਕ ਦੀ ਗੋਲੀ ਦਾ ਜ਼ਖਮ ਭਰ ਜਾਂਦਾ ਹੈ, ਪਰ ਬੋਲੀ ਦਾ ਨਹੀਂ ਭਰਦਾ। ਬੰਦਾ ਮਰਨ ਤੱਕ ਯਾਦ ਰੱਖਦਾ ਕਿ ਇਹਨੇ ਮੈਨੂੰ ਇਹ ਬੋਲਿਆ ਸੀ, ਇਹ ਕਿਹਾ ਸੀ। ਕਹਿੰਦੇ ਜਦ ਵੀ ਬੋਲਣਾ ਹੈ ਨਾ, ਮਿੱਠਾ ਬੋਲਣਾ ਹੈ, ਕਿਉਂਕਿ ਰੱਬ ਦੀ ਬੋਲੀ ਮਿੱਠੀ ਆ। ਧਿਆਨ ਨਾਲ ਬੋਲ। ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਰਮ ਪਤਾ ਕੀ ਹੈ? ਬੀਜ। ਤੇ ਨੀਅਤ ਪਤਾ ਕੀ ਹੈ? ਜ਼ਮੀਨ। ਕਰਮ ਬੀਜ ਹੈ, ਨੀਅਤ ਜ਼ਮੀਨ ਹੈ। ਤੇ ਜਿਹੜੇ ਕਿਸਾਨ ਹੁੰਦੇ ਨੇ ਨਾ, ਕਿਸਾਨ, ਉਹਨਾਂ ਤੋਂ ਕਦੀ ਪੁੱਛੋ ਤੇ ਉਹ ਤੁਹਾਨੂੰ ਦੱਸਣਗੇ। ਉਹ ਦੱਸਦੇ ਨੇ ਕਿ ਬੀਜ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਪਰ ਜੇ ਜ਼ਮੀਨ ਬੰਜਰ ਹੈ ਨਾ, ਤੇ ਉਸ ਬੀਜ ਨੇ ਵਧਣਾ ਫੁੱਲਣਾ ਨਹੀਂ, ਬੇਕਾਰ ਚਲੇ ਜਾਣਾ ਹੈ। ਹਾਂ, ਜੇ ਜ਼ਮੀਨ ਚੰਗੀ ਹੈ, ਬੀਜ ਥੋੜਾ ਹੌਲਾ ਵੀ ਹਲਕਾ ਵੀ ਹੈ, ਤਾਂ ਵੀ ਕਿਤੇ ਕੁਝ ਫਸਲ ਦੇ ਜਾਂਦਾ, ਪੁੰਗਰ ਪੈਂਦਾ ਹੈ। ਸੇਮ ਉਹ ਗੱਲ ਕਹੀ ਹੈ ਗੁਰੂ ਸਾਹਿਬ ਨੇ ਕਿ ਕਰਮ ਤੇਰਾ ਥੋੜਾ ਹੌਲਾ ਵੀ ਹੋਵੇਗਾ, ਪਰ ਨੀਅਤ ਚੰਗੀ ਹੈ ਤੇ ਉਹਨੇ ਫਲ ਦੇ ਦੇਣਾ ਹੈ। ਤੂੰ ਦਾਨ ਪੁੰਨ ਕਰ ਰਿਹਾ ਹੈ, ਭਾਵੇਂ ਤੂੰ ਥੋੜਾ ਹੀ ਕੀਤਾ ਹੈ, ਪਰ ਜੇ ਨੀਅਤ ਚੰਗੀ ਨਾਲ ਕੀਤਾ ਹੈ ਤੇ ਫਿਰ ਉਹਨੇ ਵਧਣਾ ਫੁੱਲਣਾ ਹੈ। ਨਹੀਂ ਤੇ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਹਿ ਜੁਮ ਕੁੰਚਰ ਇਸ਼ਨਾਨ। ਕਹਿੰਦੇ ਜੇ ਥੋੜਾ ਕੀਤਾ ਤੇ ਜਤਾਇਆ ਬਹੁਤ, ਤੇ ਫਿਰ ਕੋਈ ਲਾਭ ਨਹੀਂ ਹੋਇਆ। ਦੁਨੀਆ ਦੀ ਬੜੀ ਦੌੜ ਹੈ ਕਿ ਵਾਹਿਗੁਰੂ ਨੂੰ ਪ੍ਰਾਪਤ ਕਰ ਲਈਏ, ਵਾਹਿਗੁਰੂ ਨੂੰ ਪ੍ਰਾਪਤ ਕਰ ਲਈਏ। ਜਾਈਏ ਪਹਾੜਾਂ ਉੱਤੇ, ਜਾਈਏ ਜੰਗਲਾਂ ਵਿੱਚ। ਸਾਹਿਬ ਕਹਿੰਦੇ ਕੋਈ ਲੋੜ ਨਹੀਂ।
फरीद साहब जी ने कह दिता तो मिलेगा किस तरह, पाड़ पटोला धज करी कंबलड़ी पहरे हो, मैं कपड़े पाड़ दिया कंबली जी पा लिया, जिस वेस च तू मिले कहंदे पाड़ पटोला धज करी कंबलड़ी पहरियो, जिन्नी वेसी शहो मिले सेई वेस करियो। शहोपति वाहिगुरु जिस वेस करके मिले ना, मैं वो वेस धारण करन नूं तैयार हाँ। ते नाल ही गुरु अमरदास साहब जी ने जवाब दे दिता। सलोक 12 ते वधीक च दोनों सलोक ना आमने सामने दर्ज ने, ते जवाब दे दिता, कांए पटोला पाड़ती कंबलड़ी पहरे। ऐ फरीद क्यों कपड़े पाड़ने, क्यों कंबली पहननी, घर ही बैठिया शाह मिले जे नीयत रास करे। घर बैठिया ही तैनू पति वाहिगुरु की प्राप्ति हो जाएगी जे तेरी नीयत चंगी है। हुण नीयत की है जमीन, ते कर्म की है बीज। दास कथा कर रहा, तुसी कथा सुन रहे हो, इस तो चंगा कर्म होर की हो सकता है। कोई कीर्तन कर रहा, कोई कीर्तन सुन रहा है, इस तो चंगा कर्म होर की हो सकता है। पर कहते जे किते कथा कीर्तन करदियां या कथा कीर्तन सुनदियां नीयत माड़ी है ते बीज व्यर्थ चला जाएगा। फिर ते साहब कह देंदे ने, कोई गावै रागी नादी बेदी बहु भांत कर, नहीं हर हर भीजै राम राजे। राग विद्या का कोई माहिर होवे, बड़ा प्रसिद्ध रागी होवे, सुरीला होवे, अत सुंदर गांदा होवे, पर कहंदे जे किते अंदर कपट है, अंदर विकार है, तो कीर्तन भी रोना ही है। अवर उपदेशे आप न करे, आवत जावत जन्म मर है। अवरे को उपदेश ते मुख में पर है रेत, रास बिरानी राखते खाया घर का खेत। कहते दूजियां ने उपदेश किया, आप कमाया ना, तो फिर वो कथा भी कहते इउं ही है जिस तरह मूँह च रेत है या मूँह विच राख है। गुरु कदी लिहाज नहीं करता, ना सुनन वालियां दा ना सुनाउण वालियां दा। सुनन वालियां विच भी बड़े निंदक बैठे होंदे ने, माफ कर देना। जे उन्हां दे पसंद दी गल है, जो उन्हां दे दिल नूं भा रही, फिर ते बड़ी चंगी लगेगी। जे थोड़ा जिहा भी सच बोल दिता, उदों ही किते उन्हां नूं लगेगा कि मेरे बारे ते नहीं कह रहे, तो तड़प उठणगे। नहीं, गुरु लिहाज नहीं करता, गुरबाणी लिहाज नहीं करती। जे संगत च बैठ के निंदा कर रहे हो, चार बंदे गुरु के सामने बैठ के निंदा कर रहे हो, तो गुरु सामने कह रहे निंदा भली किसै कि ना ही मन मुग्ध करेन, मुंह काले तिन निंदकां नरके घोर पवन। तो दसो सुनन वाला सोचेगा नहीं तुहाडे बारे कि कर की रहे ने। गुरुद्वारे बैठ के गुरु की गल सुननी, सुनना कुछ होर शुरू कर दईए, मन कुछ होर बोल रहा है, तो कर्म तो चंगा ना होया ना। जे कर्म चंगा हो रहा है पर नीयत तो चंगी नहीं है ना, फल किस तरह लगेगा। सतगुरु गुरु हरगोबिंद साहब कथा कर रहे सन। देखो हुण कथा हो रही है, दूर तक नजर जा रही, हॉल भरिया है, हर एक बंदा सुचेत होकर सुन रहा है। जे इत्थे इहो जिहा माहौल है, तो जिथे गुरु हरगोबिंद साहब आप कथा कर रहे हैं सन्मुख बैठ के, उत्थे किहो जिहा माहौल होवेगा, कितना सुंदर वो नज़ारा होवेगा। ते भाई सुथरा जी आए, आके मत्था टेकिया ते कथा सुननी आरंभ की थी। कथा च आ रहा आनंद। अचानक की वेखदे ने कि दो सिख नेड़े बैठे ने,
ਤੇ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਦੋ ਹੋਰ ਨੂੰ ਨਾਲ ਜੋੜ ਲਿਆ। ਹੁਣ ਚਾਰੇ ਗੱਲਾਂ ਕਰੀ ਜਾਂਦੇ ਨੇ ਤੇ ਭਾਈ ਸੁਥਰਾ ਜੀ ਨੇ 2 ਵਾਰੀ ਹੱਥ ਜੋੜ ਕੇ ਕਿ ਇਸ਼ਾਰਾ ਕੀਤਾ, ਚੁੱਪ ਹੋ ਜਾਓ, ਚੁੱਪ ਹੋ ਜਾਓ, ਕਥਾ ਸੁਣਨ ਦਿਓ। ਪਰ ਉਹ ਚੁੱਪ ਨਾ ਹੋਏ ਤੇ ਭਾਈ ਸੁਥਰਾ ਜੀ ਉੱਠੇ ਤੇ ਕੰਨ ਵਿੱਚ ਕੋਈ ਗੱਲ ਕਹਿ ਕੇ ਦੌੜ ਗਏ ਤੇ ਕਿਤੇ ਸੇਵਾ 'ਚ ਰੁੱਝ ਗਏ। ਗੁਰੂ ਦੇ ਪਿਆਰੇ ਸਿੱਖ ਸਨ, 8-9 ਦਿਨ ਨਾ ਗੁਰਦੁਆਰੇ ਨਾ ਆਏ, ਗੁਰੂ ਕੋਲ ਨਾ ਆਏ, ਬਾਹਰ ਕਿਤੇ ਪ੍ਰਚਾਰ ਸੇਵਾ 'ਚ ਲੱਗੇ ਰਹੇ। ਜਦ ਵਾਪਸ ਆਏ ਉਹ ਚਾਰੇ ਸਿੱਖ ਇੰਤਜ਼ਾਰ ਕਰ ਰਹੇ ਸਨ। ਭਾਈ ਸੁਥਰਾ ਜੀ ਨੂੰ ਘੇਰ ਲਿਆ ਤੇ ਹੱਥ ਪੈਰ ਬੰਨ੍ਹ ਦਿੱਤੇ, ਬੰਨ੍ਹ ਕੇ ਮੁਸ਼ਕਾਂ ਬੰਨ੍ਹ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਸਤਿਗੁਰੂ ਇਹ ਹੈ ਸੁਥਰਾ, ਰਿਹਾ ਕੋਥਰੇ ਦਾ ਕੋਥਰਾ, ਤੁਸੀਂ ਇਹਦਾ ਨਾਮ ਸੁਥਰਾ ਰੱਖ ਦਿੱਤਾ ਹੈ। ਸਾਹਿਬ ਕਹਿੰਦੇ ਹੋਇਆ ਕੀ ਹੈ, ਇਹਦੀ ਮੁਸ਼ਕਾਂ ਕਿਉਂ ਬੰਨੀਆਂ ਨੇ? ਕਹਿੰਦੇ ਸਤਿਗੁਰੂ ਜੀ ਕੀ ਦੱਸੀਏ, ਇਹ ਉਸ ਦਿਨ ਗੁਰੂ ਕੀ ਸੰਗਤ ਵਿੱਚ ਬਹੁਤ ਕੁਝ ਬੁਰਾ ਬੋਲ ਕੇ ਸਾਨੂੰ ਚਲਾ ਗਿਆ ਹੈ। ਸਤਿਗੁਰੂ ਨੇ ਪੁੱਛਿਆ, ਸੁਥਰਾਇਆ ਠੀਕ ਕਹਿ ਰਹੇ ਨੇ? ਸਤਿਗੁਰੂ ਜੀ ਸਜ਼ਾ ਜੋ ਮਰਜ਼ੀ ਦੇ ਦੇਣਾ, ਬਸ ਇਤਨਾ ਪੁੱਛ ਲਓ ਕਿ ਕਿਸ ਦਿਨ ਦੀ ਗੱਲ ਹੈ। ਹੁਣ ਦਿਨ ਯਾਦ ਸੀ। ਕਹਿੰਦੇ ਜੀ 9 ਦਿਨ ਪਹਿਲਾਂ ਦੀ ਗੱਲ ਹੈ। ਤੇ ਉਦੋਂ ਹੋ ਕੀ ਰਿਹਾ ਸੀ? ਕਹਿੰਦੇ ਕਥਾ ਹੋ ਰਹੀ ਸੀ। ਤੇ ਕਥਾ ਕੌਣ ਕਰ ਰਿਹਾ ਸੀ? ਗੁਰੂ ਸਾਹਿਬ ਆਪ ਕਥਾ ਕਰ ਰਹੇ ਸਨ। ਤੇ ਭਾਈ ਸੁਥਰਾ ਨੇ ਕਿਹਾ, ਸਤਿਗੁਰੂ ਜੀ ਇਤਨਾ ਹੋਰ ਪੁੱਛ ਲਓ ਕਿ ਗੁਰੂ ਕਹਿ ਕੀ ਰਿਹਾ ਸੀ, ਗੁਰੂ ਕਹਿ ਕੀ ਰਿਹਾ ਸੀ। ਜਦ ਪੁੱਛਿਆ ਨਾ ਕਿ ਕਥਾ 'ਚ ਕੀ ਕਿਹਾ ਜਾ ਰਿਹਾ ਸੀ, ਉਹ ਬਿਲਕੁਲ ਯਾਦ ਨਹੀਂ ਸੀ। ਉਹ ਯਾਦ ਨਹੀਂ ਸੀ। ਜਦੋਂ ਯਾਦ ਨਹੀਂ ਸੀ ਨਾ ਤੇ ਸੁਥਰਾ ਜੀ ਨੇ ਉਦੋਂ ਹੀ ਕਿਹਾ ਕਿ ਸਾਰੇ ਮੇਰੇ ਪੈਰਾਂ ਤੇ ਮੱਥਾ ਟੇਕਣਾ ਆਰੰਭ ਕਰ ਦਿਓ। ਸਿੱਖ ਹੋਰ ਭੜਕ ਗਏ, ਕਹਿੰਦੇ ਵੇਖੋ ਸਤਿਗੁਰੂ ਇੰਨੀ ਜੁਰਤ ਕਿ ਤੁਹਾਡੇ ਸਾਹਮਣੇ ਸਾਨੂੰ ਕਹਿੰਦਾ ਮੇਰੇ ਪੈਰਾਂ ਤੇ ਮੱਥਾ ਟੇਕੋ। ਭਾਈ ਸੁਥਰਾ ਜੀ ਨੇ ਕਿਹਾ, ਸਤਿਗੁਰੂ ਗੁਸਤਾਖੀ ਮਾਫ, ਇਹ ਤੁਹਾਡੇ ਸਿੱਖ ਨਹੀਂ ਹਨ, ਇਹ ਮੇਰੇ ਸਿੱਖ ਨੇ। ਕਿਉਂਕਿ ਮੇਰੀ ਕਹੀ ਹੋਈ ਮਾੜੀ ਗੱਲ ਵੀ ਇਹਨਾਂ ਨੂੰ 9 ਦਿਨ ਪਹਿਲਾਂ ਤੋਂ ਯਾਦ ਹੈ, ਤੇ ਉਹ ਟਾਈਮ ਵੀ ਯਾਦ ਹੈ, ਉਹ ਦਿਨ ਵੀ ਯਾਦ ਹੈ, ਸਭ ਕੁਝ ਮੇਰਾ ਯਾਦ ਹੈ, ਤੁਹਾਡਾ ਤੇ ਕੁਝ ਯਾਦ ਹੀ ਨਹੀਂ ਹੈ। ਤੇ ਤੁਹਾਡੇ ਸਿੱਖ ਕਿਸ ਤਰ੍ਹਾਂ ਹੋ ਗਏ? ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠ ਕੇ ਅਸੀਂ ਜੇ ਕੁਝ ਸੁਣ ਰਹੇ ਹੋਈਏ ਤੇ ਸਾਨੂੰ ਉਹ ਯਾਦ ਰੱਖਣਾ ਚਾਹੀਦਾ ਹੈ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਆ ਕੇ ਤੇ ਗੁਰੂ ਨੂੰ ਸੁਣਨਾ ਹੁੰਦਾ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ। ਪਰਮੇਸ਼ਰ ਨੂੰ ਭੁਲਾਇਆ ਸਰੀਰ ਨੂੰ ਕਈ ਰੋਗ ਲੱਗ ਜਾਂਦੇ ਨੇ। 1000 खुशियां कम हैं, एक गम भुलाने के लिए गम एक ही काफ़ी है, जिंदगी भर रुलाने के लिए गम एक ही काफ़ी है, जिंदगी भर रुलाने के लिए। रोग ना शरीर ਨੂੰ ਇੱਕ ਲੱਗ ਜਾਵੇ, ਜ਼ਿੰਦਗੀ ਭਰ ਰੋਣਾ ਪੈਂਦਾ ਹੈ। ਗਮ ਇੱਕ ਲੱਗ ਜਾਵੇ, ਵੇਖਦੇ ਹੋ ਵਾਹਿਗੁਰੂ ਕਿਸੇ ਨਾਲ ਵੀ ਨਾ ਕਰੇ, ਪਰ ਜਵਾਨ ਪੁੱਤਰ ਅੱਖਾਂ ਦੇ ਸਾਹਮਣੇ ਚਲੇ ਜਾਂਦੇ ਨੇ, ਜਦ ਵੀ ਮਾਂ-ਬਾਪ ਗੱਲ ਕਰਦੇ ਨੇ ਅੱਖਾਂ 'ਚ ਅਥਰੂ ਆ ਜਾਂਦੇ ਨੇ। ਜਵਾਨੀ 'ਚ ਪਤੀ ਚਲਾ ਜਾਂਦਾ ਹੈ, ਜਵਾਨੀ 'ਚ ਪਤਨੀ ਚਲੀ ਜਾਂਦੀ ਹੈ। ਇੱਕ ਬੱਚਾ ਹੈ, 2 ਬੱਚੇ ਨੇ, ਨਾ ਇੱਧਰ ਜੋਗਾ ਬੰਦਾ ਨਾ ਉੱਧਰ ਜੱਗਾ, ਬਸ ਰੋਣਾ ਹੀ ਰੋਣਾ ਹੈ ਜ਼ਿੰਦਗੀ 'ਚ। ਅਸਲ ਵਿੱਚ ਅਗਲੀ ਗੱਲ ਜੋ ਸਾਹਿਬ ਕਹਿ ਰਹੇ ਨੇ, ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਵੇਮੁਖ ਹੋ ਕੇ, ਇੱਕ ਹੁੰਦਾ ਹੈ ਜੋ ਗੁਰੂ ਵੱਲ ਮੁਖ ਕਰਕੇ ਤੁਰਦਾ ਹੈ, ਭਾਵ ਕਿ ਜੋ ਗੁਰੂ ਨੇ ਕਿਹਾ ਉਹਨੂੰ ਮੰਨ ਲਿਆ, ਕੋਈ ਹੁਜਤ ਨਹੀਂ। ਭਾਈ ਝੰਡਾ ਜੀ ਨਾ
ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਤੁਰ ਰਹੇ ਸਨ ਤੇ ਤੁਰਦਿਆਂ ਲੰਗੜਾ ਕੇ ਤੁਰ ਰਹੇ ਸਨ। ਸਤਿਗੁਰੂ ਨੇ ਵੇਖਿਆ ਕਿ ਪੈਰ ਦੇ 'ਚ ਜ਼ਖਮ ਹੈ ਤੇ ਸਾਹਿਬ ਨੇ ਕਿਹਾ, ਝੰਡਿਆ ਜੋੜਾ ਲਾ ਦੇ, ਜੁੱਤੀ ਉਤਾਰ ਦੇ। ਉਸੇ ਵੇਲੇ ਉਤਾਰ ਦਿੱਤਾ। ਤੇ ਕਈ ਦਿਨ ਭਾਈ ਨਾ, ਮਹੀਨਾ ਬੀਤ ਗਿਆ। ਇੱਕ ਦਿਨ ਸਾਹਿਬ ਨਾਲ ਤੁਰ ਰਿਹਾ, ਜੋੜਾ ਨਹੀਂ ਪਾਇਆ। ਸਾਹਿਬ ਕਹਿੰਦੇ ਕੀ ਗੱਲ ਹੈ? ਝੰਡਿਆ ਜੋੜਾ ਨਹੀਂ ਪਾਇਆ। ਹੱਥ ਜੋੜ ਕੇ ਕਹਿੰਦੇ, ਸਾਹਿਬ ਜੀ ਤੁਸੀਂ ਕਿਹਾ ਸੀ ਜੋੜਾ ਲਾ ਦੇ, ਲਾ ਦਿੱਤਾ। ਭੋਲਿਆ, ਮੈਂ ਤੇ ਉਦੋਂ ਤੱਕ ਕਿਹਾ ਸੀ ਜਦ ਤੱਕ ਉਹ ਜ਼ਖਮ ਭਰ ਨਹੀਂ ਜਾਂਦਾ। ਮੈਂ ਇਹ ਥੋੜਾ ਕਿਹਾ ਸੀ ਹਮੇਸ਼ਾ ਲਈ ਜੋੜਾ ਲਾ ਦੇ। ਸਤਿਗੁਰੂ ਮੇਰੀ ਕੀ ਮਜ਼ਾਲ ਹੈ, ਤੁਸੀਂ ਕਿਹਾ ਜੋੜਾ ਲਾ ਦੇ, ਮੈਂ ਲਾ ਦਿੱਤਾ। ਤੁਸੀਂ ਕਿਹਾ ਜੋੜਾ ਪਾ ਲੈ, ਮੈਂ ਪਾ ਲੈਂਦਾ ਹਾਂ। ਭਾਈ ਸਾਧ ਜੀ ਆਏ ਨੇ ਗੁਰਦੁਆਰੇ ਮੱਥਾ ਟੇਕਣ, ਕਥਾ ਸੁਣਨ। ਆਵਾਜ਼ ਮਾਰੀ ਸਾਹਿਬ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਿ ਖਜ਼ਾਨਚੀ ਤੋਂ ਪੈਸੇ ਲੈ ਲੈ, ਭੇਟਾ ਲੈ ਤੇ ਇਰਾਕ ਚਲਾ ਜਾ, ਘੋੜੇ ਖਰੀਦ ਕੇ ਆ ਜਾ। ਉਸੇ ਵੇਲੇ ਭੇਟਾ ਲਈ ਤੁਰ ਪਏ। ਸਾਡੇ ਵਰਗਾ ਹੁੰਦਾ ਤੇ ਕਹਿਣਾ ਸੀ ਨਾ, ਘੱਟੋ ਘੱਟ ਘਰ ਤੇ ਸਲਾਹ ਕਰ ਲਿਆ, ਪਰਿਵਾਰ ਨੂੰ ਤੇ ਪੁੱਛ ਲਿਆ, ਇਰਾਕ ਦੂਜੇ ਦੇਸ਼ ਜਾਣਾ ਹੈ। ਨਹੀਂ, ਤੁਰ ਪਏ। ਪਿੱਛੋਂ ਘੋੜੇ ਤੇ ਦੌੜਦਾ ਕੋਈ ਆਇਆ। ਇੱਕ ਪੜਾਅ ਦੀ ਦੂਰੀ ਹਾਲੇ ਤੈਅ ਕੀਤੀ ਸੀ ਤੇ ਦੌੜਦਾ ਆਇਆ। ਕਹਿੰਦੇ ਇੱਕੋ ਇੱਕ ਜਵਾਨ ਪੁੱਤਰ ਤੁਹਾਡਾ ਬਿਮਾਰ ਹੈ, ਮੁੜ ਚੱਲੋ, ਇਲਾਜ ਕਰਵਾ ਲਓ, ਫਿਰ ਚਲੇ ਜਾਇਓ। ਕਹਿੰਦੇ ਨਹੀਂ, ਹੁਣ ਮੁੱਖ ਗੁਰੂ ਵੱਲ ਹੈ, ਗੁਰੂ ਦੇ ਹੁਕਮ ਵੱਲ ਤੁਰਨਾ ਹੈ। ਜੇ ਰਾਜੀ ਹੋਣਾ ਹੋਵੇਗਾ ਤੇ ਵਾਹਿਗੁਰੂ ਆਪੇ ਰਾਜੀ ਕਰ ਦੇਗਾ। ਅਗਲੇ ਪੜਾਅ ਦੀ ਦੂਰੀ ਤੈਅ ਕੀਤੀ ਹੈ। ਪਿੱਛੋਂ ਫਿਰ ਖਬਰ ਆਈ ਕਿ ਪੁੱਤਰ ਚਲਾਣਾ ਕਰ ਗਿਆ, ਚੱਲ ਕੇ ਸੰਸਕਾਰ ਕਰ ਲਓ। ਕਹਿੰਦੇ ਜੀ ਲੱਕੜਾਂ ਬਹੁਤ ਨੇ, ਨਹੀਂ ਤੇ ਪਿੰਡ ਦੇ ਹਰ ਇੱਕ ਘਰ ਤੋਂ ਇੱਕ ਇੱਕ ਲੱਕੜ ਲਓ, ਸੰਸਕਾਰ ਕਰ ਦਿਓ। ਮੈਂ ਗੁਰੂ ਦਾ ਕੰਮ ਕਰਕੇ ਹੀ ਮੁੜਾਂਗਾ, ਮੇਰੇ ਜਾਣ ਨਾਲ ਵਾਪਸ ਥੋੜਾ ਆ ਜਾਣਾ ਹੈ। ਕਾਰਜ ਕਰਕੇ ਮੁੜਿਆ। ਗੁਰੂ ਹਰਗੋਬਿੰਦ ਸਾਹਿਬ, ਸੋਚੋ ਉਸ ਭਾਈ ਸਾਧ ਜੀ ਨੂੰ ਮਿਲਿਆ ਕੀ? ਮਿਲਿਆ ਇਹ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜਾ ਕੇ ਉਸ ਬੱਚੇ ਦਾ ਸੰਸਕਾਰ ਕਰਵਾਇਆ। ਜਿੱਥੇ ਆਪ ਸਤਿਗੁਰੂ ਪੁੱਜ ਗਏ, ਉਹ ਬੱਚਾ ਤੇ ਜੀਵਨ ਮੁਕਤ ਹੋ ਗਿਆ। ਭਾਈ ਸਾਧ ਜੀ ਜਦ ਮੁੜ ਕੇ ਆਏ ਨੇ, ਸਤਿਗੁਰੂ ਨੇ ਭਰੀ ਸੰਗਤ 'ਚ ਬੁਲਾ ਕੇ ਤੇ ਆਪਣੇ ਛਾਤੀ ਨਾਲ ਲਾ ਕੇ ਕਿਹਾ, ਭਾਈ ਸਾਧ ਜੀ ਤੁਹਾਡੀ ਕਰਨੀ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ 'ਚ ਲਿਖੀ ਜਾਣੀ ਹੈ ਤੇ ਇਹ ਕਥਾ ਜੋ ਵੀ ਭਾਵਨਾ ਨਾਲ ਸੁਣ ਲਏਗਾ ਨਾ, ਉਹਦਾ ਜੀਵਨ ਵੀ ਸਫਲ ਹੋ ਜਾਵੇਗਾ। ਅਸਲ ਵਿੱਚ ਗੁਰਮੁਖ ਤੇ ਮਨਮੁਖ, ਮਨ ਦੇ ਪਿੱਛੇ ਤੁਰਨ ਵਾਲਾ ਬੇਮੁਖ, ਜੋ ਗੁਰੂ ਤੋਂ ਮੂੰਹ ਮੋੜ ਲਵੇ ਦੂਜੇ ਪਾਸੇ, ਉਹਦੀ ਜ਼ਿੰਦਗੀ 'ਚ ਦੁੱਖ ਹੀ ਦੁੱਖ ਨੇ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ, ਖਿਨਮੇ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ। ਮਾਇਆ ਦੇ ਪਦਾਰਥ ਸਾਰੇ ਇਹ ਕੌੜੇ ਹੋ ਜਾਂਦੇ ਨੇ। ਗੱਲ ਸਮਝ ਆਵੇ, 1 ਮਿੰਟ ਦਾ ਐਗਜ਼ਾਮਪਲ। ਕਿਸੇ ਗੁਰਦੁਆਰੇ ਨਾ ਕੋਈ ਬੰਦਗੀ ਕਰਨ ਵਾਲਾ ਮਹਾਨ ਪੁਰਸ਼ ਬਜ਼ੁਰਗ ਆਇਆ ਬਾਹਰੋਂ ਤੇ ਗੁਰਦੁਆਰੇ ਬੈਠਾ ਹੈ। ਤੇ ਇਸੇ ਸ਼ਹਿਰ ਗੁਰਦੁਆਰੇ ਦੇ ਨੇੜੇ ਰਹਿਣ ਵਾਲੀ ਇੱਕ ਬੀਬੀ, ਉਸ ਭੈਣ ਨੇ ਵੇਖਿਆ ਬਾਹਰੋਂ ਆਇਆ ਜਾਪਦਾ ਹੈ ਤੇ ਸੋਚਿਆ ਲੰਗਰ ਛਕਾ ਦਿਆਂ, ਸੇਵਾ ਕਰਦੇ ਆ। ਬਾਬਾ ਜੀ ਘਰ ਚੱਲ ਕੇ ਲੰਗਰ ਛਕੋ। ਉਹ ਵੀ ਵਿਖਾਵਾ ਕਰਨ ਵਾਲੇ ਨਹੀਂ ਸੀ, ਤੁਰ ਪਏ। ਤੇ ਬੀਬਾ ਜਾ ਕੇ ਲੰਗਰ ਬਣਾ ਰਹੀ ਹੈ, ਪਰ ਬੱਚਾ ਹੈ 5-6 ਸਾਲ ਦਾ, ਉਸ ਭੈਣ ਦਾ, ਰੋਈ ਜਾਂਦਾ। ਬਜ਼ੁਰਗ ਨੇ ਪੁੱਛ ਲਿਆ, ਭੈਣੇ ਬੱਚਾ ਕਿਉਂ ਰੋਂਦਾ ਹੈ? ਕਹਿੰਦੇ ਬਾਬਾ ਜੀ ਇਹਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ, ਇਹ ਅਣਹੋਣੀ ਗੱਲ ਕਰਨਾ ਚਾਹੁੰਦਾ। ਕੀ ਕਰਨਾ ਚਾਹੁੰਦਾ ਹੈ? ਇਹ ਆਪਣਾ ਪਰਛਾਵਾਂ ਫੜਨਾ ਚਾਹੁੰਦਾ ਹੈ, ਸਾਇਆ ਪਕੜਨਾ ਚਾਹੁੰਦਾ ਹੈ। ਹੁਣ ਅੱਜ ਤੱਕ ਸਾਇਆ ਕਿਸੇ ਦੇ ਹੱਥ ਆਇਆ? ਕੋਈ ਫੜ ਸਕਿਆ? ਪਰ ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਨੂੰ ਸੂਝ ਹੁੰਦੀ ਹੈ। ਬਜ਼ੁਰਗ ਨੇ ਕਿਹਾ ਲਿਆ, ਫਿਰ ਫੜਾ ਦਿੰਦੇ ਆ ਪਰਛਾਵਾਂ। ਹੈਰਾਨ ਹੋਈ ਕਿਸ ਤਰ੍ਹਾਂ ਫੜਾਉਣਗੇ, ਪਰ ਬਚਨ ਹੋ ਗਿਆ ਸੀ। ਸਾਹਮਣੇ ਲੈ ਆਈ ਬੱਚੇ ਨੂੰ। ਬੱਚੇ ਨੂੰ ਬਜ਼ੁਰਗ ਨੇ ਪੁੱਛਿਆ, ਬੱਚੇ ਪਰਛਾਵਾਂ ਤੈਨੂੰ ਨਜ਼ਰ ਆ ਰਿਹਾ ਹੈ? ਕਹਿੰਦੇ ਹਾਂ ਨਜ਼ਰ ਆ ਰਿਹਾ, ਸਾਹਮਣੇ ਨਜ਼ਰ ਆ ਰਿਹਾ। ਕਿੱਥੋਂ ਫੜਨਾ ਚਾਹੁੰਦਾ ਇਹਨੂੰ? ਕਹਿਣ ਲੱਗਾ ਜੀ ਸਿਰ ਤੋਂ ਪਕੜਨਾ ਚਾਹੁੰਦਾ। ਤੇ ਬੱਚੇ ਫਿਰ ਇਹਨੂੰ ਫੜਨ ਦਾ ਇੱਕ ਤਰੀਕਾ ਹੈ, ਇਹਦਾ ਸਿਰ ਨਾ ਫੜ, ਤੂੰ ਆਪਣਾ ਸਿਰ ਪਕੜ ਲੈ, ਇਹਦਾ ਸਿਰ ਫੜਿਆ ਜਾਵੇਗਾ।
ਹੁਣ ਬੰਦਾ ਜੋ ਕੁਝ ਕਰਦਾ ਹੈ ਉਹ ਪਰਛਾਵੇਂ 'ਚ ਨਜ਼ਰ ਆਉਂਦਾ ਹੈ। ਜਦ ਬੱਚੇ ਨੇ ਆਪਣਾ ਸਿਰ ਪਕੜਿਆ ਤੇ ਪਰਛਾਵੇਂ ਦਾ ਸਿਰ ਫੜਿਆ ਹੋਇਆ ਸੀ। ਹੁਣ ਬਜ਼ੁਰਗ ਨੇ ਕਿਹਾ ਕਿ ਵੇਖ ਤੂੰ ਇਹਨੂੰ ਫੜ ਲਿਆ ਹੈ, ਪਕੜ ਲਿਆ ਹੈ, ਜਿੱਧਰ ਸੂਰਜ ਹੈ ਨਾ ਉਧਰ ਮੂੰਹ ਕਰਕੇ ਤੁਰ, ਇਹ ਤੇਰੇ ਪਿੱਛੇ ਪਿੱਛੇ ਆਵੇਗਾ, ਕਿਤੇ ਨਹੀਂ ਜਾਵੇਗਾ। ਕਦੀ ਇਹ ਪ੍ਰਯੋਗ ਕਰਕੇ ਵੇਖਣਾ, ਜੇ ਤੁਸੀਂ ਸੂਰਜ ਵੱਲ ਮੂੰਹ ਕਰਕੇ ਤੁਰਦੇ ਹੋ ਨਾ ਤੇ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਆਵੇਗਾ, ਕਿਤੇ ਨਹੀਂ ਜਾਵੇਗਾ। ਪਰ ਜੇ ਤੁਸੀਂ ਸੂਰਜ ਵੱਲ ਪਿੱਠ ਕਰ ਦਿੱਤੀ ਤੇ ਪਰਛਾਵਾਂ ਤੁਹਾਡੇ ਅੱਗੇ ਹੋ ਜਾਵੇਗਾ। ਫਿਰ ਜਿਤਨਾ ਵੀ ਉਹਨੂੰ ਫੜਨ ਦਾ ਯਤਨ ਕਰੋ, ਅੱਗੇ ਅੱਗੇ ਦੌੜੇਗਾ, ਹੱਥ ਨਹੀਂ ਆਵੇਗਾ। ਬਿਲਕੁਲ ਇਉਂ ਆਪਣੇ ਆਪ ਨੂੰ ਜਿਸ ਦਿਨ ਫੜ ਲਓਗੇ, ਤੁਸੀਂ ਪਰਮਾਤਮਾ ਦੀ ਅੰਸ਼ ਹੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੁੱਢ ਦੀ ਪਛਾਣ ਕਰ ਲਓਗੇ, ਆਪਣੇ ਆਪ ਨੂੰ ਫੜ ਲਓਗੇ ਤੇ ਇਹ ਜਿੰਨੇ ਪਦਾਰਥ ਨੇ ਮਾਇਆ ਦੇ ਸੁੱਖ ਨੇ, ਇਹ ਵਾਹਿਗੁਰੂ ਜੀ ਦਾ ਪਰਛਾਵਾਂ ਨੇ, ਇਹ ਪਰਛਾਵਾਂ ਨੇ। ਤੁਸੀਂ ਆਪਣੇ ਆਪ ਨੂੰ ਸਮਝੋ ਕਿ ਜਨਮ ਮਿਲਿਆ ਏ ਗੁਰੂ ਵੱਲ ਤੁਰਨ ਲਈ, ਤੇ ਮੂੰਹ ਕਰ ਲਓ ਗੁਰੂ ਸੂਰਜ ਵੱਲ। ਰੋਜ਼ ਸਵੇਰ ਵੇਲੇ ਦਿਨ ਆਰੰਭ ਹੋਵੇ ਤੁਹਾਡਾ ਗੁਰੂ ਦਰਬਾਰ ਤੋਂ, ਫਿਰ ਇਹ ਜਿੰਨੇ ਪਦਾਰਥ ਨੇ ਇਹ ਤੁਹਾਡੇ ਪਿੱਛੇ ਪਿੱਛੇ ਆਉਣਗੇ। ਜਿਤਨਾ ਮਰਜੀ ਭੋਗੋ, ਇਹ ਕੌੜੇ ਨਹੀਂ ਹੋਣਗੇ। ਪਰ ਜਿਉਂ ਹੀ ਤੁਸੀਂ ਗੁਰੂ ਵੱਲ ਪਿੱਠ ਕਰਦੇ ਹੋ, ਵਿਮੁਖ ਹੁੰਦੇ ਹੋ, ਪਰਛਾਵਾਂ ਅੱਗੇ ਹੋ ਜਾਂਦਾ ਹੈ। ਪਦਾਰਥ ਤੁਹਾਡੇ ਸਾਹਮਣੇ ਤੇ ਹਨ, ਹੱਥ ਨਹੀਂ ਆਉਂਦੇ। 36 ਪਦਾਰਥ ਪਏ ਨੇ, ਡਾਕਟਰ ਨੇ ਮਨਾ ਕਰ ਦਿੱਤਾ, ਖਾ ਨਹੀਂ ਸਕਦਾ ਤੂੰ। ਮਖਮਲ ਦੇ ਗੱਦੇ ਨੇ ਸੋਣਾ ਚਾਹੁੰਦਾ ਹੈ, ਪਰ ਨਿੰਦਰ ਨਹੀਂ ਆਉਂਦੀ ਹੈ, ਕਿਉਂਕਿ ਸਾਰਾ ਕੁਝ ਹੀ ਸਾਹਮਣੇ ਹੁੰਦਿਆਂ ਹੋਇਆਂ ਵੀ ਕੌੜਾ ਹੋ ਗਿਆ। ਗੁਰੂ ਵੱਲ ਮੂੰਹ ਕਰ ਲੈ, ਹੁਣ ਵੀ ਸਭ ਕੁਝ ਮਿੱਠਾ ਹੋ ਜਾਵੇਗਾ, ਮਿਠਾਸ ਨਾਲ ਭਰ ਜਾਵੇਗਾ। ਸਾਹਿਬ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥਾਂ ਰੋਵਹਿ ਰੋਜ਼। ਹੁਣ ਲੋਕਾਂ ਨੂੰ ਰੋ ਕੇ ਕਹਿੰਦਾ ਮੈਨੂੰ ਸ਼ੂਗਰ ਹੋ ਗਈ ਹੈ, ਸ਼ੂਗਰ ਨਾਲ 10 ਰੋਗ ਹੋਰ ਆ ਗਏ ਨੇ, ਜ਼ਖਮ ਹੋ ਗਿਆ ਏ, ਭਰਦਾ ਨਹੀਂ ਹੈ ਕਿਉਂਕਿ ਸ਼ੂਗਰ ਦਾ ਰੋਗ ਹੈ। ਹੁਣ ਰੋ ਰੋ ਕੇ ਲੋਕਾਂ ਨੂੰ ਸੁਣਾਵੇਗਾ, ਕੋਈ ਕੀ ਕਰ ਲੈਗਾ ਇਹਦੇ ਵਿੱਚ? ਔਲਾਦ ਨੂੰ ਚੰਗੇ ਪਾਸੇ ਲਾਇਆ ਨਹੀਂ, ਬਸ ਕਦੀ ਮਹਿੰਗੀ ਮੋਟਰਸਾਈਕਲ ਖਰੀਦ ਕੇ ਦਿੱਤੀ, ਕਦੀ BMW ਕਾਰ ਦਿੱਤੀ, ਵੱਖਰਾ ਸਭ ਕੁਝ ਕਰ ਦਿੱਤਾ ਉਹਨੂੰ, ਉਹ ਹੋ ਗਿਆ ਨਾਲਾਇਕ। ਹੁਣ ਰੋ ਰੋ ਕੇ ਲੋਕਾਂ ਨੂੰ ਦੱਸਦਾ ਫਿਰੇ, ਕਿਸ ਤਰ੍ਹਾਂ ਰੋਵੈ ਰੋਜ਼, ਵਿੱਚ ਨਾ ਕੋਈ ਕਰ ਸਕੈ, ਕੋਈ ਵਿੱਚ ਕੁਝ ਨਹੀਂ ਕਰ ਸਕੇਗਾ, ਕਿਉਂਕਿ ਕਰਮ ਇਹੋ ਜਿਹੇ ਕੀਤੇ ਨੇ। ਤੇ ਸਾਹਿਬ ਅੱਗੇ ਕਹਿੰਦੇ ਨੇ, ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਕੁਝ ਵੀ ਹੁਣ ਕਰਨ ਨਾਲ ਕੁਝ ਹੋਵੇਗਾ ਨਹੀਂ, ਕਿਉਂਕਿ ਇਹ ਜਿਹੋ ਜਿਹੇ ਕਰਮ ਤੂੰ ਪਿਛਲੇ ਜਨਮ ਵਿੱਚ ਕੀਤੇ, ਧੁਰ ਦਰਗਾਹ ਤੋਂ ਉਹੋ ਜਿਹੇ ਸੰਜੋਗ ਲਿਖ ਦਿੱਤੇ ਨੇ। ਹੁਣ ਇਸ ਜਨਮ ਵੀ ਉਹੋ ਜਿਹੇ ਕਰਮ ਕਰਨੇ ਨੇ, ਤੇ ਫਿਰ ਅਗਲੇ ਜਨਮ ਵੀ ਇਹੀ ਕੁਝ ਹੋਵੇਗਾ ਨਾ। ਗੁਰਬਾਣੀ ਕਹਿੰਦੀ ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਕਰੋੜਾਂ ਜਨਮਾਂ ਦੇ ਮਾੜੇ ਕਰਮ ਨਾਸ਼ ਹੋ ਸਕਦੇ ਨੇ, ਖਤਮ ਹੋ ਸਕਦੇ ਨੇ, ਜੇ ਕਿਤੇ ਗੁਰੂ ਦੇ ਰਾਹੀਂ ਹਰੀ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਜੋੜੇਗਾ, ਨਹੀਂ ਤਾਂ ਕੋਈ ਕੁਛ ਨਹੀਂ ਕਰ ਸਕੇਗਾ। ਵੱਡ ਭਾਗੀ ਮੇਰਾ ਪ੍ਰਭੂ ਮਿਲੈ, ਤਾਂ ਉਤਰਹਿ ਸਭ ਵਿਯੋਗ। ਵੱਡੇ ਭਾਗਾਂ ਦੇ ਨਾਲ ਪ੍ਰਭੂ ਮਿਲਦਾ ਹੈ। ਪ੍ਰਭੂ ਪਤਾ ਕਿੱਥੇ ਮਿਲਦਾ ਹੈ? ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਇੱਥੇ ਵਸਦਾ ਹੈ, ਵਾਹਿਗੁਰੂ ਇੱਥੇ ਮਿਲਦਾ ਹੈ। ਬੰਦਾ ਕਹਿੰਦਾ ਉਹ ਤੇ ਸਾਰਿਆਂ ਦੇ ਵਿੱਚ ਵਸਦਾ ਹੈ, ਅੰਦਰ ਹੈ, ਬਿਲਕੁਲ ਹੈ, ਪਰ ਮਿਲਦਾ ਨਹੀਂ ਹੈ। ਮਿਲਣ ਦਾ ਤਰੀਕਾ ਇਹੀ ਹੈ ਕਿ ਗੁਰੂ ਕੀ ਸੰਗਤ 'ਚ ਆ ਜਾ। ਇੱਥੇ ਗੁਰੂ ਰਹਿਮਤ ਕਰੇਗਾ, ਤੈਨੂੰ ਅੰਦਰੋਂ ਉਹਦੇ ਦੀਦਾਰ ਕਰਵਾ ਦੇਗਾ। ਦਿਲ ਅਗਰ ਦਾਨਾ ਬਵਤ, ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸਤ। ਇੱਥੇ ਆ ਕੇ ਤੈਨੂੰ ਉਹ ਵੇਖਣ ਵਾਲੀ ਅੱਖ ਮਿਲੇਗੀ,
ਜੋ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਵਿੱਚ ਤੂੰ ਵਾਹਿਗੁਰੂ ਨੂੰ ਵੇਖ ਸਕੇਂਗਾ। ਪਰ ਭੱਲਿਆ ਜੇ ਤੂੰ ਮਾਂ ਬਾਪ ਵਿੱਚੋਂ ਹੀ ਨਹੀਂ ਵੇਖ ਸਕਿਆ ਤੇ ਬਾਹਰ ਗੁਆਂਢੀਆਂ ਵਿੱਚੋਂ ਕਿੱਥੇ ਵੇਖ ਲਏਗਾ। ਜੇ ਤੂੰ ਸਕੇ ਭਰਾਵਾਂ ਵਿੱਚੋਂ ਰੱਬ ਨੂੰ ਨਹੀਂ ਵੇਖਿਆ ਤੇ ਫਿਰ ਆਪਣੇ ਸਾਲਿਆਂ ਵਿੱਚੋਂ ਕਿੱਥੋਂ ਵੇਖ ਲਏਗਾ। ਵੀ ਵੇਖਣ ਵਾਲੀ ਅੱਖ ਚਾਹੀਦੀ ਹੈ। ਦਿਲ ਅਗਰ ਦਾਨਾ ਬਵਤ, ਦਿਲ ਦੇ ਚ ਤਾਂਘ ਹੈ ਤੇਰੇ ਉਸ ਪਿਆਰੇ ਨੂੰ ਵੇਖਣ ਦੀ ਤੇ ਫਿਰ ਵੇਖ ਸਕਦਾ। ਰੋਜ਼ ਵੇਖਣ ਦੀ ਜਦੋਂ ਆਦਤ ਪੈ ਜਾਵੇ ਨਾ ਆਪਣੇ ਪਿਆਰੇ ਨੂੰ, ਉਸ ਤੋਂ ਰਿਹਾ ਨਹੀਂ ਜਾਂਦਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਉਹ ਵਿਛੜਨਾ ਹੀ ਨਹੀਂ ਚਾਹੁੰਦਾ। ਜੋ ਸਾਹਿਬ ਕਹਿ ਰਹੇ ਤਾਂ ਉੱਤਰ ਹੈ ਸਭ ਵਿਯੋਗ, ਸਾਰੇ ਵਿਛੋੜੇ ਖਤਮ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਪ੍ਰੀਤ ਨਾ ਗੁਰੂ ਗੋਬਿੰਦ ਸਿੰਘ ਸਤਿਗੁਰੂ ਦੇ ਚਰਨਾਂ ਨਾਲ ਬਹੁਤ ਸੀ। ਰੋਜ਼ ਗੁਰੂ ਸਾਹਿਬ ਦੇ ਦੀਦਾਰ ਕਰਨੇ। ਤੇ ਇੱਕ ਦਿਨ ਨਾ ਕੇਸ਼ੀ ਇਸ਼ਨਾਨ ਕੀਤਾ ਆਨੰਦਪੁਰ ਸਾਹਿਬ ਦੀ ਪਹਾੜੀ ਤੇ। ਉਹ ਕੇਸ ਪਏ ਹਰੇ ਕਰਦੇ ਨੇ, ਭਾਵ ਕਿ ਸੁਖਾਉਂਦੇ ਪਏ ਨੇ, ਹਵਾ ਤੁਰ ਰਹੀ ਹੈ ਤੇ ਅੰਦਰ ਨੇ ਉਡਾਰੀ ਮਾਰੀ ਤੇ ਗੱਲ ਕੀਤੀ, ਐ ਪਵਨ ਐ ਹਵਾ ਤੂੰ ਰੁਕ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਪਵਨ ਨੇ ਕਿਹਾ ਮੇਰਾ ਸੁਭਾਅ ਨਹੀਂ ਹੈ ਰੁਕਣਾ। ਇਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਹਾਂ। ਕਹਿੰਦੇ ਸਦਕੇ ਤੇਰੇ ਤੋਂ। ਉਹ ਕਹਿੰਦੀ ਕੋਈ ਗੱਲ ਕਰਨਾ ਚਾਹੁੰਦਾ, ਤੂੰ ਗੱਲ ਕਰ। ਤੇ ਗੱਲ ਪਤਾ ਕੀ ਕੀਤੀ? ਕਹਿਣ ਲੱਗੇ ਐ ਹਵਾ ਐ ਪਵਨ ਤੇਰਾ ਇੱਕ ਸੁਭਾਵ ਹੈ। ਜਦ ਨਾ ਕੋਈ ਮਰ ਜਾਂਦਾ ਹੈ, ਉਹਨੂੰ ਸਾੜਿਆ ਜਾਂਦਾ ਹੈ ਤੇ ਤੂੰ ਉਹਦੀ ਮੜੀ ਦੀ ਰਾਖ ਨੂੰ ਉਡਾ ਕੇ ਲੈ ਜਾਂਦੀ ਹੈ ਤੇ ਜਗ੍ਹਾ ਜਗ੍ਹਾ ਰੋਲਦੀ ਹੈ। ਪਰ ਮੇਰੇ ਨਾਲ ਇੱਕ ਵਾਅਦਾ ਕਰ ਕਿ ਜਦ ਨੰਦ ਲਾਲ ਚਲਾਣਾ ਕਰ ਜਾਵੇ, ਗੁਜ਼ਰ ਜਾਵੇ, ਉਹਨੂੰ ਸਾੜਿਆ ਜਾਵੇ, ਉਹਦਾ ਸੰਸਕਾਰ ਕੀਤਾ ਜਾਵੇ ਤੇ ਉਹਦੀ ਮੜੀ ਦੀ ਰਾਖ ਨੂੰ ਤੂੰ ਕਿਤੇ ਹੋਰ ਨਾ ਉਡਾ ਕੇ ਲੈ ਜਾਵੀਂ। ਜੇ ਲੈ ਵੀ ਜਾਣੀ ਹੋਵੇ ਤੇ ਉਹ ਮੇਰੇ ਸਰੀਰ ਦੀ ਰਾਖ ਵੀ ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਲੈ ਕੇ ਜਾਵੀਂ। ਨਹੀਂ ਤਾਂ ਲੋਕੀ ਇਹ ਤਾਨੇ ਦੇਣਗੇ, ਕਹਿਣਗੇ ਜੀਂਦਿਆਂ ਜੀ ਤੇ ਵਫਾਦਾਰ ਸੀ, ਮਰ ਗਿਆ ਤੋਂ ਪਿੱਛੋਂ ਬੇਵਫਾ ਹੋ ਗਿਆ। ਮੱਬਰ ਇਹ ਖਾਕ। ਕੁਝ ਪੰਕਤੀਆਂ ਇਸ ਤਰ੍ਹਾਂ ਨੇ ਕਿ ਮੇਰੀ ਮੜੀ ਦੀ ਰਾਖ ਨੂੰ ਉਡਾ ਕੇ ਨਾ ਲੈ ਜਾਵੀਂ। ਉਹਦਾ ਜੋ ਪੰਜਾਬੀ ਦਾ ਤਰਜਮਾ ਹੈ ਨਾ, ਉਹ ਬੜਾ ਕਮਾਲ ਹੈ ਕਿ ਆ ਗੁਰੂ ਦਰੋਂ ਨਾ ਚੁੱਕ ਲੈ ਜਾਵੀਂ, ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ, ਇਹਨੇ ਥਾਂ ਥਾਂ ਨੇਹ ਲਗਾਏ, ਇਹਨੇ ਥਾਂ ਥਾਂ ਨੇਹ ਲਗਾਏ। ਜਦ ਗੁਰੂ ਦੇ ਹੋ ਜਾਓ ਨਾ, ਫਿਰ ਮੜੀਆਂ ਮਸਾਣਾ ਦੇ ਨਾ ਹੋਣਾ, ਫਿਰ ਤਾਂਤਰਿਕਾਂ ਕੋਲ ਨਾ ਦੌੜਨਾ। ਇੱਕ ਦੇ ਹੋ ਜਾਓ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਫਿਰ ਵੇਖ ਲੈਣਾ। ਉਦਨ ਵੀ ਦਾਸ ਨੇ ਬੇਨਤੀ ਕੀਤੀ ਸੀ, ਇੱਕ ਰਾਹ ਜਿਹੜਾ ਹੈ ਨਾ, ਉਹ ਭਾਵੇਂ 200 ਕਿਲੋਮੀਟਰ ਦਾ ਹੋਵੇ, ਐਕਸਪ੍ਰੈਸ ਵੇ ਬਣ ਗਏ ਨੇ ਨਾ, ਬੰਦਾ ਬੇਫਿਕਰ ਤੁਰਿਆ ਚਲਾ ਜਾਂਦਾ ਹੈ। ਪਰ ਦੋਰਾਹਾ ਚੌਰਾਹਾ ਤਿਰਾਹਾ, ਉਹ ਭਾਵੇਂ 100 ਫੀਟ ਦਾ ਹੀ ਕਿਉਂ ਨਾ ਹੋਵੇ, ਬੜਾ ਸੁਚੇਤ ਹੋ ਕੇ ਰਾਹ ਚੁਣਨਾ ਪੈਂਦਾ ਹੈ ਆਪਣੀ ਮੰਜ਼ਿਲ ਦਾ। ਜੇ ਗਲਤ ਰਾਹ ਚੁਣ ਲਿਆ ਤੇ ਸਮਾਂ ਵਕਤ ਵੀ ਜ਼ਿਆਦਾ ਲੱਗਦਾ ਹੈ, ਲੁੱਟਿਆ ਪਟਿਆ ਵੀ ਜਾ ਸਕਦਾ ਹੈ ਤੇ ਮੰਜ਼ਿਲ ਵੀ ਗਵਾਚ ਜਾਵੇਗੀ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਿੱਧਾ ਰਾਹ ਨੇ, ਕਿਤੇ ਭਟਕਣ ਦੀ ਲੋੜ ਹੀ ਨਹੀਂ ਹੈ, ਕਿਸੇ ਤੋਂ ਕੁਝ ਪੁੱਛਣ ਦੀ ਲੋੜ ਹੀ ਨਹੀਂ ਹੈ। ਬਸ ਸਿੱਧੇ ਤੁਰੇ ਚਲੇ ਜਾਓ, ਜ਼ਿੰਦਗੀ ਦੇ ਵਿੱਚ ਕਿਤੇ ਧੋਖਾ ਨਹੀਂ ਹੋਵੇਗਾ, ਲੁੱਟੇ ਪੁੱਟੇ ਨਹੀਂ ਜਾਓਗੇ। ਸਾਹਿਬ ਇਹੀ ਗੱਲ ਕਹਿ ਰਹੇ ਨੇ, ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ, ਮੈਨੂੰ ਆਪਣੇ ਕੋਲ ਹੀ ਰੱਖ ਲੈ। ਭਾਵ ਕਿ ਆਪਣਾ ਬਣਾ ਕੇ ਰੱਖ ਲੈ। ਵਿਚਰਾਂ ਸੰਸਾਰ ਦੇ ਵਿੱਚ, ਕਰਮ ਕਰਾਂ ਕਿਰਤ ਕਰਾਂ, ਪਰ ਤੇਰੇ ਪਹਿਰੇ ਹੇਠ, ਤੇਰੀ ਅਗਵਾਈ ਵਿੱਚ। ਇਹ ਮੁਕਤ ਕਰਨ ਵਾਲੇ ਦਾਤੇ, ਮੇਰੇ ਉੱਤੇ ਕਿਰਪਾ ਕਰ ਦੇ। ਕਦ ਤੱਕ ਹੋਵੇ ਸਾਧ ਸੰਗ
ਬਿਨਸੈ ਸਭੇ ਸੋਚ। ਕੱਤਕ ਦੇ ਮਹੀਨੇ ਦੇ ਵਿੱਚ ਜੋ ਮਨੁੱਖ ਸਾਧ ਸੰਗਤ ਕਰਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਹੋਰ ਮਹੀਨਿਆਂ ਵਿੱਚ ਨਹੀਂ ਕਰਨਾ। ਤੁਸੀਂ ਹਰ ਇੱਕ ਮਹੀਨਾ ਸੁਣਦੇ ਹੋ, ਹਰ ਮਹੀਨੇ ਦੇ 'ਚ ਇਹ ਹੀ ਹੈ ਕਿ ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਤੇ ਚੰਗੇ ਕਰਮ ਕਰਨੇ ਨੇ। ਧਰਮ ਕੀ ਹੈ, ਕਦੀ ਸੋਚਿਆ? ਧਰਮ ਇਹ ਨਹੀਂ ਹੈ ਹਿੰਦੂ ਧਰਮ, ਮੁਸਲਮਾਨ ਧਰਮ, ਈਸਾਈ ਧਰਮ, ਸਿੱਖ ਧਰਮ ਨਹੀਂ, ਇਹਨੂੰ ਧਰਮ ਨਹੀਂ ਕਿਹਾ ਜਾਂਦਾ। ਅੱਜ ਜੋ ਲਿਖਿਆ ਹੁੰਦਾ ਦੀਵਾਰਾਂ ਉੱਤੇ, ਧਰਮ ਜੋੜਤਾ ਹੈ, ਤੋੜਤਾ ਨਹੀਂ ਹੈ। ਅੱਜ ਧਰਮ ਦਾ ਨਾਮ ਲੈ ਕੇ ਹੀ ਬੜਾ ਕੁਝ ਤੋੜਿਆ ਜਾਂਦਾ ਹੈ। ਅੱਜ ਧਰਮ ਦਾ ਨਾਮ ਲੈ ਕੇ ਮਨੁੱਖਾਂ ਨੂੰ ਤੋੜਿਆ ਜਾਂਦਾ ਹੈ, ਪਰ ਧਰਮ ਤੇ ਜੋੜਨ ਦਾ ਕੰਮ ਕਰਦਾ। ਦਾਸ ਨੇ ਸਵੇਰੇ ਬੇਨਤੀ ਕੀਤੀ ਸੀ ਕਿ ਕਿਸੇ ਵੀ ਜਗ੍ਹਾ ਤੇ ਤੁਸੀਂ, ਕਿਸੇ ਅਸਥਾਨ ਤੇ ਜਿੱਥੇ ਜੋੜੇ ਰੱਖਣ ਦੀ ਜਗ੍ਹਾ ਹੋਵੇਗੀ, ਉੱਥੇ ਉਹਨਾਂ ਅਸਥਾਨਾਂ ਤੇ ਜੁੱਤੀਆਂ ਰੱਖਣ ਦੀ ਜਗ੍ਹਾ ਜਾਂ ਇਹ ਕੁਝ ਕਿਹਾ ਜਾਂਦਾ ਹੈ, ਸ਼ੂ ਰੱਖਣ ਦੀ ਜਗ੍ਹਾ ਇੱਦਾਂ। ਪਰ ਜਦ ਗੁਰੂ ਦਰਬਾਰ 'ਚ ਆਉਂਦੇ ਆ ਤੇ ਇੱਥੇ ਜੋੜਾ ਕਰ ਕਿਹਾ ਜਾਂਦਾ, ਕਿਉਂਕਿ ਜੋੜਨ ਦੀ ਜਗ੍ਹਾ ਹੈ। ਮੇਲੇ ਬੜੇ ਲੱਗਦੇ ਨੇ ਦੁਨੀਆ ਦੇ ਵਿੱਚ, ਪਰ ਜੋ ਮੇਲੇ ਗੁਰਦੁਆਰਿਆਂ ਵਿੱਚ ਲੱਗਣਗੇ, ਫਤਿਹਗੜ੍ਹ ਸਾਹਿਬ ਜਾਂ ਹੋਰ ਕਿਤੇ, ਉਹਨੂੰ ਕਿਹਾ ਜਾਂਦਾ ਜੋੜ ਮੇਲਾ, ਜੁੜਨ ਦੀ ਜਗ੍ਹਾ ਇੱਕ ਦੂਜੇ ਨਾਲ। ਤਬਲਾ ਸੰਗੀਤ ਦੀ ਦੁਨੀਆ 'ਚ ਬੜਾ ਵੱਜਦਾ ਹੈ, ਵੈਸ਼ਿਆ ਦੇ ਦੁਆਰੇ ਤੇ ਵੀ ਵੱਜਦਾ ਹੈ, ਫਿਲਮ ਲਾਈਨ ਵਿੱਚ ਵੀ ਵੱਜਦਾ ਹੈ, ਸੰਗੀਤ ਦੇ ਹਰ ਮਹਿਫਿਲ ਵਿੱਚ ਵੱਜਦਾ ਹੈ, ਪਰ ਉੱਥੇ ਤਬਲੇ ਨੂੰ ਤਬਲਾ ਹੀ ਕਿਹਾ ਜਾਂਦਾ ਹੈ। ਪਰ ਗੁਰਦੁਆਰੇ ਦੇ 'ਚ ਇਹਨੂੰ ਜੋੜੀ ਕਿਹਾ ਜਾਂਦਾ ਹੈ, ਕਿਉਂਕਿ ਜੁੜਨ ਦੀ ਜਗ੍ਹਾ ਹੈ ਤੇ ਜੋੜਨ ਦੀ ਜਗ੍ਹਾ ਹੈ। ਜੋੜਨ ਤੋਂ ਵੱਡਾ ਕੋਈ ਪੁੰਨ ਨਹੀਂ ਤੇ ਤੋੜਨ ਤੋਂ ਵੱਡਾ ਕੋਈ ਪਾਪ ਨਹੀਂ। ਗੱਲ ਕਹਿ ਕੇ ਸਮਾਪਤੀ ਕਰਾਂ, ਧਰਮ ਕੀ ਹੈ? ਜਦ ਨਾ ਇਸ ਦੇਸ਼ ਉੱਤੇ ਅੰਗਰੇਜ਼ਾਂ ਨੇ ਨਵਾਂ ਕਬਜ਼ਾ ਕੀਤਾ ਤੇ ਕਾਲਜ ਯੂਨੀਵਰਸਿਟੀਆਂ ਬਣਨੀਆਂ ਆਰੰਭ ਹੋਈਆਂ ਤੇ ਸਬਜੈਕਟ ਪੜ੍ਹਾਏ ਜਾਣੇ ਸਨ, ਤੇ ਕਿਹਾ ਇੱਕ ਸਬਜੈਕਟ ਧਰਮ ਦਾ ਵੀ ਪੜ੍ਹਾਇਆ ਜਾਵੇ। ਪਰ ਕਿਹੜਾ ਧਰਮ ਪੜ੍ਹਾਇਆ ਜਾਵੇ? ਹਿੰਦੂ ਵੀਰ ਕਹਿੰਦੇ ਕਿ ਹਿੰਦੂ ਧਰਮ ਪੜ੍ਹਾਓ, ਮੁਸਲਮਾਨ ਕਹਿੰਦੇ ਮੁਸਲਮਾਨ ਧਰਮ ਪੜ੍ਹਾਓ, ਈਸਾਈ ਕਹਿੰਦੇ ਈਸਾਈ ਪੜ੍ਹਾਓ। ਸਿੱਖਾਂ ਨੇ, ਜੈਨੀ ਬੋਧੀਆਂ ਨੇ ਵੀ ਕਹਿਣਾ ਸੀ ਧਰਮ ਪੜ੍ਹਾਓ ਸਾਡਾ। ਹੁਣ ਮਸਲਾ ਖੜਾ ਹੋ ਗਿਆ, ਕਿਹੜਾ ਧਰਮ ਪੜ੍ਹਾਇਆ ਜਾਵੇ, ਝਗੜਾ ਖਤਮ ਹੋਵੇ। ਤੇ ਕਿਸੇ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਇੱਕ ਮਹਾਨ ਵਿਦਵਾਨ ਪ੍ਰੋਫੈਸਰ ਫਿਲਾਸਫਰ ਨੇ, ਸਾਧੂ ਟੀ.ਐਲ. ਵਾਸਵਾਨੀ, ਉਹ ਲਾਹੌਰ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੇ ਹਰ ਧਰਮ ਨੂੰ ਉਹਨਾਂ ਨੇ ਪੜ੍ਹਿਆ ਹੈ। ਉਹਨਾਂ ਤੋਂ ਪੁੱਛ ਲਓ। ਜਦੋਂ ਉਹਨਾਂ ਨੂੰ ਪੁੱਛਿਆ ਨਾ, ਤੇ ਪਤਾ ਕੀ ਕਿਹਾ ਸਾਧੂ ਟੀ.ਐਲ. ਵਾਸਵਾਨੀ ਨੇ? ਕਿਹਾ ਉਹ ਧਰਮ ਪੜ੍ਹਾ ਦਿਓ ਜੋ ਗੁਰੂ ਨਾਨਕ ਨੇ ਕਿਹਾ, ਜੋ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਹੈ, ਤੇ ਸਾਰੇ ਧਰਮਾਂ ਦੀ ਪੜ੍ਹਾਈ ਉਹਦੇ ਵਿੱਚ ਆ ਜਾਵੇਗੀ। ਕਹਿੰਦੇ ਉਹ ਕਿਹੜਾ ਧਰਮ ਹੈ? ਤੇ ਤੁਸੀਂ ਸ਼ਾਇਦ ਸੁਖਮਨੀ ਸਾਹਿਬ ਨੂੰ ਪੜ੍ਹਿਆ ਨਹੀਂ ਹੈ। ਵਾਸਵਾਨੀ ਜੀ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੋ ਹੀ ਤੇ ਗੱਲਾਂ ਨੇ, ਚੰਗੇ ਕਰਮ ਕਰੋ ਤੇ ਪਰਮਾਤਮਾ ਵਾਹਿਗੁਰੂ ਖੁਦਾ ਅੱਲਾ ਰਾਮ ਦਾ ਨਾਮ ਜਪੋ। ਚੰਗੇ ਕਰਮ ਕਰੋ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮਾੜੇ ਕਰਮ ਨਾ ਕਰੋ, ਚੰਗੇ ਕਰਮ ਕਰੋ। ਇਹ ਹੈ ਅਸਲ ਧਰਮ। ਧਰਮ ਦੀ ਤੁਲਨਾ ਨਾ ਵਿਦਵਾਨਾਂ ਨੇ ਦਰਿਆ ਨਾਲ ਕੀਤੀ, ਨਦੀ ਨਾਲ। ਜਦ ਦਰਿਆ ਨਾ ਪਹਾੜਾਂ ਤੋਂ ਤੁਰਦਾ, ਜਿੱਥੋਂ ਨਿਕਲ ਰਿਹਾ ਨਾ, ਬੜਾ ਪਵਿੱਤਰ ਹੁੰਦਾ ਹੈ। ਉਹ ਪਾਣੀ ਬੜਾ ਸਾਫ ਸੁਥਰਾ, ਬਿਲਕੁਲ ਟਰਾਂਸਪੇਰੈਂਟ, ਸਭ ਕੁਝ ਨਜ਼ਰ ਆ ਰਿਹਾ ਹੁੰਦਾ ਹੈ, ਅੰਮ੍ਰਿਤ ਵਰਗਾ ਪਾਣੀ ਹੁੰਦਾ ਹੈ। ਪਰ ਜਿਉਂ-ਜਿਉਂ ਪਹਾੜ ਤੋਂ ਥੱਲੇ ਉਤਰਦਾ ਹੈ, ਮੈਦਾਨੀ ਇਲਾਕਿਆਂ ਵੱਲ ਆਉਂਦਾ ਹੈ, ਦੁਨੀਆ ਦੀ ਵਹਿਮਾਂ ਭਰਮਾਂ ਦੀ ਗੰਦਗੀ, ਉਹਦੇ 'ਚ ਪੂਜਾ ਦੀ ਸਮੱਗਰੀ ਸੁੱਟਣੀ, ਮੁਰਦੇ ਜਾਨਵਰ ਸੁੱਟਣੇ, ਕਈ ਪ੍ਰਕਾਰ ਦਾ ਕੈਮੀਕਲ, ਫੈਕਟਰੀਆਂ ਦੀ ਗੰਦਗੀ, ਤੇ ਇਤਨਾ ਕੁਝ ਹੁੰਦਾ। ਤੁਸੀਂ ਦੇਖਦੇ ਹੋ ਜਮਨਾ ਇੱਥੇ ਤੱਕ ਪੁੱਜਦੇ ਜਾਂ ਗੰਗਾ ਕੀ ਹੋ ਜਾਂਦੀ ਹੈ। ਕਹਿੰਦੇ ਧਰਮ ਵੀ ਬਿਲਕੁਲ ਇਉਂ ਹੈ। ਕੋਈ ਵੀ ਧਰਮ ਹੈ ਜਿੱਥੋਂ ਤੁਰਿਆ ਨਾ, ਉੱਥੋਂ ਬੜਾ ਪਵਿੱਤਰ ਸੀ, ਉਦੋਂ ਬੜਾ ਪਵਿੱਤਰ ਸੀ, ਕੋਈ ਵੀ ਧਰਮ ਹੋਵੇ। ਪਰ ਜਿਉਂ-ਜਿਉਂ ਅੱਗੇ ਵਧਿਆ ਨਾ, ਲੋਕਾਂ ਦੇ ਵੈਰ ਵਿਰੋਧ, ਲੋਭ ਲਾਲਚ,
ਉਹਨੇ ਇਤਨਾ ਧਰਮ ਨੂੰ ਗੰਦਾ ਕਰਨਾ ਆਰੰਭ ਕਰ ਦਿੱਤਾ ਕਿ ਇੱਕ ਟਾਈਮ ਆਇਆ ਕਿ ਧਰਮ ਜੋੜਨ ਦੀ ਜਗ੍ਹਾ ਤੋੜਨ ਲੱਗਿਆ। ਵਾਹਿਗੁਰੂ ਕਿਰਪਾ ਕਰੇ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅਸੀਂ ਨਿਰਮਲ ਕਰਮ ਕਰ ਸਕੀਏ, ਅਸੀਂ ਸਭ ਨੂੰ ਗਲਵਕੜੀ 'ਚ ਲੈ ਸਕੀਏ, ਅਸੀਂ ਸਭ ਨਾਲ ਪਿਆਰ ਇਤਫਾਕ ਨਾਲ ਰਹਿ ਸਕੀਏ। ਇਹੀ ਅਰਦਾਸ ਹੈ, ਸਾਂਝੇ ਤੌਰ 'ਤੇ ਆਪ ਸਭ ਲਈ ਅਰਦਾਸ ਹੈ। ਤੇਗ ਬਹਾਦਰ ਸਿਮਰੈ ਹਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।